ਹੈਲੋ ਫਰੈਂਡਸ, मैं ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ 8th ਕਲਾਸ NCERT ਜਿਓਗ੍ਰਾਫੀ ਨੂੰ। NCERT ਜਿਓਗ੍ਰਾਫੀ ਦਾ ਜੀ ਅੱਜ ਆਪਾਂ ਫਸਟ ਚੈਪਟਰ ਪੜ੍ਹਨ ਜਾ ਰਹੇ ਹਾਂ 8th ਕਲਾਸ ਦਾ, ਜਿਸ ਦਾ ਟਾਈਟਲ ਹੈ ਜੀ ਸੰਸਾਧਨ ਯਾਨੀ ਕਿ ਰਿਸੋਰਸਿਸ। ਕਿਸੇ ਵੀ ਕੰਪੀਟੀਟਿਵ ਐਗਜ਼ਾਮ ਜਿਵੇਂ ਕਿ PSTET, CTET ਜਾਂ ਮਾਸਟਰ ਕੈਡਰ ਦੀ ਆਪਾਂ ਗੱਲ ਕਰ ਲਈਏ ਜੀ, ਤਾਂ ਉਸ ਦੇ ਵਿੱਚ ਜੋ ਆਪਾਂ ਨੂੰ MCQ ਪੁੱਛੇ ਜਾਂਦੇ ਆ ਉਹ NCERT ਤੋਂ ਹੀ ਲਏ ਜਾਂਦੇ ਨੇ। ਇਸੇ ਲਈ ਜੀ ਆਪਾਂ NCERT ਜਿਓਗ੍ਰਾਫੀ ਨੂੰ ਪੜ੍ਹ ਰਹੇ ਹਾਂ, ਜਿਸ ਦੇ ਵਿੱਚ ਜੀ ਆਪਾਂ 6th ਕਲਾਸ ਅਤੇ 7th ਕਲਾਸ ਦੀ ਜੋ ਜਿਓਗ੍ਰਾਫੀ ਹੈ NCERT ਜਿਓਗ੍ਰਾਫੀ ਹੈ ਉਸ ਨੂੰ ਕਾਫੀ ਡਿਟੇਲ ਦੇ ਨਾਲ ਪੜ੍ਹ ਚੁੱਕੇ ਹਾਂ ਅਤੇ ਅੱਜ ਆਪਾਂ 8th ਕਲਾਸ ਦੀ ਜਿਓਗ੍ਰਾਫੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਜੇਕਰ ਤੁਸੀਂ 6th ਕਲਾਸ ਅਤੇ 7th ਕਲਾਸ ਦੀ NCERT ਜਿਓਗ੍ਰਾਫੀ ਦੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹਨਾਂ ਦਾ ਲਿੰਕ ਜੀ ਤੁਹਾਨੂੰ ਉੱਪਰ ਆਈ ਬਟਨ 'ਚ ਅਤੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਉਹਨਾਂ ਨੂੰ ਤੁਸੀਂ ਜ਼ਰੂਰ ਦੇਖ ਲਓ ਤਾਂ ਕਿ ਤੁਸੀਂ PSTET, CTET ਜਾਂ ਮਾਸਟਰ ਕੈਡਰ ਦੇ ਵਿੱਚ ਵਧੀਆ ਨੰਬਰ ਲੈ ਸਕੋ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ 8th ਕਲਾਸ ਦਾ ਫਸਟ ਚੈਪਟਰ ਪੜ੍ਹਨ ਜਾ ਰਹੇ ਹਾਂ ਜੋ ਹੈ ਸੰਸਾਧਨ ਯਾਨੀ ਕਿ ਰਿਸੋਰਸਿਸ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਪੰਜਾਬ ਐਜੂਕੇਸ਼ਨ ਚੈਨਲ ਨੂੰ ਤੁਸੀਂ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਪ੍ਰੈਸ ਕਰਕੇ ਜੀ ਆਲ ਬਟਨ 'ਤੇ ਕਲਿੱਕ ਕਰ ਲਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਪੰਜਾਬ ਐਜੂਕੇਸ਼ਨ ਚੈਨਲ 'ਤੇ ਜੀ ਸਾਰੀਆਂ ਵੀਡੀਓਜ਼ ਦਾ ਫ੍ਰੀ ਆਫ ਕਾਸਟ PDF ਲੈਣ ਲਈ ਹੁਣ ਤੁਸੀਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਆਪਣੀ ਵੀਡੀਓ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੇਨ ਪੁਆਇੰਟਸ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ। ਪਹਿਲੇ ਨੰਬਰ 'ਤੇ ਆ ਜਾਂਦਾ ਹੈ ਜੀ ਕਿ ਸੰਸਾਧਨ ਕੀ ਹੈ ਯਾਨੀ ਕਿ ਰਿਸੋਰਸਿਸ ਕਿਹਨਾਂ ਨੂੰ ਕਿਹਾ ਜਾਂਦਾ ਹੈ। ਫਿਰ ਆਪਾਂ ਦੇਖਾਂਗੇ ਜੀ ਸੰਸਾਧਨ ਦੀਆਂ ਕਿਸਮਾਂ ਯਾਨੀ ਕਿ ਟਾਈਪ ਆਫ ਰਿਸੋਰਸਿਸ ਕੀ ਹੁੰਦੇ ਨੇ। ਇਹਨਾਂ ਦੇ ਵਿੱਚ ਪਹਿਲਾ ਆ ਜਾਂਦਾ ਹੈ ਜੀ ਕੁਦਰਤੀ ਸੰਸਾਧਨ, ਜਿਸ ਨੂੰ ਬੋਲਿਆ ਜਾਂਦਾ ਹੈ ਜੀ ਨੈਚੁਰਲ ਰਿਸੋਰਸਿਸ। ਜੋ ਕੁਦਰਤੀ ਸੰਸਾਧਨ ਹੈ ਜੀ ਇਹ ਵੀ ਅੱਗੇ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ ਨੇ, ਜਿਸ ਦੇ ਵਿੱਚ ਪਹਿਲਾ ਹੈ ਜੀ ਨਵੀਕਰਨ ਸੰਸਾਧਨ, ਜਿਸ ਨੂੰ ਇੰਗਲਿਸ਼ ਦੇ ਵਿੱਚ ਬੋਲਿਆ ਜਾਂਦਾ ਹੈ ਜੀ ਰੀਨਿਊਏਬਲ ਰਿਸੋਰਸਿਸ। ਅਤੇ ਦੂਸਰੀ ਟਾਈਪ ਆ ਜਾਂਦੀ ਅਨਵੀਕਰਨੀय ਸੰਸਾਧਨ, ਜਿਸ ਨੂੰ ਕਿਹਾ ਜਾਂਦਾ ਹੈ ਜੀ ਨਾਨ ਰੀਨਿਊਏਬਲ ਸੰਸਾਧਨ ਰਿਸੋਰਸਿਸ। ਇਸ ਤੋਂ ਬਾਅਦ ਆ ਜਾਂਦਾ ਹੈ ਜੀ ਮਾਨਵ ਨਿਰਮਿਤ ਸੰਸਾਧਨ ਯਾਨੀ ਕਿ ਹਿਊਮਨ ਮੇਡ ਰਿਸੋਰਸਿਸ। ਅਤੇ ਤੀਸਰਾ ਆ ਜਾਂਦਾ ਹੈ ਜੀ ਮਾਨਵ ਸੰਸਾਧਨ ਯਾਨੀ ਕਿ ਹਿਊਮਨ ਰਿਸੋਰਸਿਸ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਸੰਸਾਧਨ ਸੰਰਖਣ 'ਤੇ ਯਾਨੀ ਕਿ ਕੰਜ਼ਰਵਿੰਗ ਰਿਸੋਰਸਿਸ 'ਤੇ। ਸੰਸਾਧਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਉਹਨਾਂ ਬਾਰੇ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਸਤਤ ਪੋਸ਼ਣੀय ਵਿਕਾਸ ਬਾਰੇ, ਜਿਸ ਨੂੰ ਕਿਹਾ ਜਾਂਦਾ ਹੈ ਸਸਟੇਨੇਬਲ ਡਿਵੈਲਪਮੈਂਟ। ਇਹ ਕੀ ਹੁੰਦੀ ਹੈ ਜੀ ਇਸ ਦੇ ਬਾਰੇ ਆਪਾਂ ਡਿਟੇਲ ਦੇ ਨਾਲ ਪੜ੍ਹਾਂਗੇ। ਅਤੇ ਲਾਸਟ ਦੇ ਵਿੱਚ ਆਪਾਂ ਵੇਖਾਂਗੇ ਕਿ ਜੋ ਇਹ ਸਸਟੇਨੇਬਲ ਡਿਵੈਲਪਮੈਂਟ ਹੈ ਜੀ ਇਸ ਨੂੰ ਕਿਸ ਤਰ੍ਹਾਂ ਜੀਵਨ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਇਸ ਡਿਵੈਲਪਮੈਂਟ ਨੂੰ ਪਾਉਣ ਦੇ ਲਈ ਕੀ ਆਪਾਂ ਨੂੰ ਜੋ ਯਤਨ ਹੈ ਉਹ ਕਰਨੇ ਚਾਹੀਦੇ ਨੇ। ਹੁਣ ਇੱਕ ਇੱਕ ਕਰਕੇ ਜੀ ਇਹਨਾਂ ਪੁਆਇੰਟਸ ਨੂੰ ਆਪਾਂ ਡਿਟੇਲ ਦੇ ਨਾਲ ਪੜ੍ਹਨਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਜੀ ਕਿ ਸੰਸਾਧਨ ਯਾਨੀ ਕਿ ਰਿਸੋਰਸਿਸ ਕਿਹਾ ਕਿਸ ਨੂੰ ਜਾਂਦਾ ਹੈ। ਹਰੇਕ ਵਸਤੂ ਜਿਸ ਦੀ ਵਰਤੋਂ ਨਾਲ ਸਾਡੀ ਲੋੜ ਪੂਰੀ ਹੁੰਦੀ ਹੈ ਉਸ ਨੂੰ ਸੰਸਾਧਨ ਕਿਹਾ ਜਾਂਦਾ ਹੈ। ਜਿਵੇਂ ਕਿ ਪੀਣ ਲਈ ਵਰਤਿਆ ਗਿਆ ਪਾਣੀ ਇਹ ਇੱਕ ਸੰਸਾਧਨ ਹੈ। ਕੋਈ ਵੀ ਉਹ ਵਸਤੂ ਜੀ ਜੋ ਆਪਣੀ ਜ਼ਰੂਰਤ ਨੂੰ ਪੂਰਾ ਕਰਦੀ ਹੈ ਉਸ ਨੂੰ ਸੰਸਾਧਨ ਕਿਹਾ ਜਾਂਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜਾਂਦੀ ਹੈ। ਸੰਸਾਧਨ ਦੀ ਉਪਯੋਗਤਾ ਹੀ ਉਸ ਨੂੰ ਮੁੱਲਵਾਨ ਬਣਾਉਂਦੀ ਹੈ। ਹਰੇਕ ਸਾਧਨ ਮੁੱਲਵਾਨ ਹੁੰਦਾ ਹੈ। ਮੁੱਲ ਤੋਂ ਭਾਵ ਜੀ ਮਹੱਤਵ ਤੋਂ ਹੈ, ਇੰਪੋਰਟੈਂਸ ਯਾਨੀ ਕਿ ਕਿਸੇ ਚੀਜ਼ ਦੀ ਆਪਣੇ ਲਈ ਕੀ ਇੰਪੋਰਟੈਂਸ ਹੈ ਇਹੀ ਉਸ ਨੂੰ ਜੀ ਇੱਕ ਸੰਸਾਧਨ ਦਾ ਰੂਪ ਦਿੰਦੀ ਹੈ। ਕੁਝ ਸੰਸਾਧਨਾਂ ਦਾ ਮੁੱਲ ਆਰਥਿਕ ਹੁੰਦਾ ਹੈ ਅਤੇ ਕੁਝ ਦਾ ਨਹੀਂ। ਇਹ ਕਿਵੇਂ ਹੁੰਦਾ ਜੀ ਇਹ ਵੀ ਵੇਖ ਲੈਂਦੇ ਹਾਂ। ਜਿਵੇਂ ਕਿ ਇੱਕ ਧਾਤੂ ਆ ਜੀ ਲੋਹਾ, ਇਹ ਵੀ ਇੱਕ ਸੰਸਾਧਨ ਆ ਪਰ ਇਸ ਦਾ ਇੱਕ ਆਰਥਿਕ ਮੁੱਲ ਹੁੰਦਾ ਕਿਉਂਕਿ ਆਪਾਂ ਇਹਨਾਂ ਨੂੰ ਪੈਸੇ ਦੇ ਕੇ ਖਰੀਦਦੇ ਆ। ਇਹ ਆਪਾਂ ਨੂੰ ਫ੍ਰੀ ਦੇ ਵਿੱਚ ਨਹੀਂ ਮਿਲਦੇ ਇਸ ਤਰ੍ਹਾਂ ਦੇ ਜੋ ਧਾਤੂ ਹੁੰਦੇ ਨੇ। ਪਰ ਜਿਵੇਂ ਕਿ ਹਵਾ ਇਹ ਵੀ ਇੱਕ ਸੰਸਾਧਨ ਹੈ ਕਿਉਂਕਿ ਇਹ ਆਪਣੀ ਲੋੜ ਨੂੰ ਪੂਰਾ ਕਰਦੀ ਹੈ, ਇਸ ਤੋਂ ਆਪਾਂ ਸਾਹ ਲੈਂਦੇ ਹਾਂ, ਪਰ ਇਸ ਦਾ ਕੋਈ ਆਰਥਿਕ ਮੁੱਲ ਨਹੀਂ ਹੁੰਦਾ ਕਿਉਂਕਿ ਇਹ ਆਪਾਂ ਨੂੰ ਫ੍ਰੀ ਦੇ ਵਿੱਚ ਮਿਲਦੀ ਹੈ। ਇਹ ਤੋਂ ਆਪਾਂ ਨੂੰ ਦੋ ਗੱਲਾਂ ਸਮਝਣ 'ਚ ਮਿਲਦੀਆਂ ਨੇ ਜੀ ਕਿ ਪਹਿਲੀ ਤਾਂ ਕੀ ਹੈ ਕਿ ਕੋਈ ਵੀ ਉਹ ਵਸਤੂ ਜੋ ਸਾਡੀ ਲੋੜ ਨੂੰ ਪੂਰਾ ਕਰਦੀ ਹੈ ਉਹ ਕੁਛ ਵੀ ਹੋ ਸਕਦੀ ਹੈ, ਉਹ ਆਪਣੇ ਲਈ ਸੰਸਾਧਨ ਹੁੰਦੀ ਹੈ ਯਾਨੀ ਕਿ ਉਹ ਰਿਸੋਰਸਿਸ ਆ। ਅਤੇ ਉਸ ਦਾ ਦੂਸਰਾ ਕੀ ਹੈ ਜੀ ਕਿ ਉਸ ਦਾ ਇੱਕ ਮੁੱਲ ਹੁੰਦਾ ਹੈ ਯਾਨੀ ਕਿ ਉਹਦੀ ਇੱਕ ਇੰਪੋਰਟੈਂਸ ਹੁੰਦੀ ਹੈ ਆਪਣੇ ਲਈ, ਤਾਂ ਹੀ ਉਹ ਇੱਕ ਸੰਸਾਧਨ ਹੁੰਦੀ ਹੈ। ਜੇ ਕੋਈ ਵਸਤੂ ਹੈ ਅਤੇ ਉਸ ਦਾ ਆਪਣੇ ਲਈ ਕੋਈ ਇੰਪੋਰਟੈਂਸ ਨਹੀਂ ਤਾਂ ਯਾਨੀ ਕਿ ਉਹ ਆਪਣੇ ਲਈ ਕੋਈ ਵੀ ਸੰਸਾਧਨ ਨਹੀਂ ਹੈ। ਠੀਕ ਹੈ ਜੀ। ਅਤੇ ਫਿਰ ਇਸ ਤੋਂ ਦੂਸਰੀ ਗੱਲ ਕੀ ਆ ਜਾਂਦੀ ਹੈ ਕਿ ਕੁਝ ਜੋ ਸੰਸਾਧਨ ਹੈ ਜੀ ਉਹਨਾਂ ਦਾ ਆਰਥਿਕ ਮੁੱਲ ਹੁੰਦਾ ਹੈ ਯਾਨੀ ਕਿ ਉਹਨਾਂ ਨੂੰ ਪੈਸਿਆਂ ਦੇ ਵਿੱਚ ਉਸ ਦੇ ਮੁੱਲ ਨੂੰ ਮਾਪਿਆ ਜਾ ਸਕਦਾ ਹੈ। ਅਤੇ ਕੁਝ ਅਜਿਹੇ ਸੰਸਾਧਨ ਹੁੰਦੇ ਆ ਜਿਨ੍ਹਾਂ ਦੀ ਕੋਈ ਕੀਮਤ ਆਪਾਂ ਪੈਸਿਆਂ ਦੇ ਵਿੱਚ ਕਾਊਂਟ ਨਹੀਂ ਕਰ ਸਕਦੇ। ਇਸ ਤੋਂ ਅਗਲਾ ਪੁਆਇੰਟ ਦੇਖ ਲੈਂਦੇ ਹਾਂ ਜੀ। ਇਹ ਹੈ ਕਿ ਜੀ ਸਮਾਂ ਅਤੇ ਤਕਨੀਕ ਦੋ ਮਹੱਤਵਪੂਰਨ ਕਾਰਕ ਹਨ ਜੋ ਕਿਸੇ ਪਦਾਰਥ ਨੂੰ ਸੰਸਾਧਨ ਬਣਾ ਸਕਦੇ ਹਨ। ਉਸ ਨੂੰ ਸੰਸਾਧਨ ਨੂੰ ਆਰਥਿਕ ਮੁੱਲ ਵੀ ਪ੍ਰਦਾਨ ਕਰ ਸਕਦੇ ਹਨ। ਇਹ ਕਿਵੇਂ ਕਰਦੇ ਆ ਜੀ? ਸਮਾਂ ਅਤੇ ਤਕਨੀਕ ਕਿਸੇ ਪਦਾਰਥ ਨੂੰ ਸੰਸਾਧਨ ਕਿਵੇਂ ਬਣਾ ਦਿੰਦੇ ਆ ਯਾਨੀ ਕਿ ਰਿਸੋਰਸਿਸ ਕਿਵੇਂ ਬਣਾ ਸਕਦੇ ਆ ਅਤੇ ਉਸ ਦਾ ਆਰਥਿਕ ਮੁੱਲ ਉਸ ਨੂੰ ਕਿਵੇਂ ਦੇ ਸਕਦੇ ਆ। ਇਹ ਕੀ ਹੁੰਦਾ ਜੀ ਇਹ ਆਪਾਂ ਨੈਕਸਟ ਸਲਾਈਡ ਦੇ ਵਿੱਚ ਇਸ ਨੂੰ ਪੜ੍ਹਦੇ ਹਾਂ। ਸਮਾਂ ਅਤੇ ਤਕਨੀਕ ਕਿਸੇ ਸੰਸਾਧਨ ਨੂੰ ਜਾਂ ਕਿਸੇ ਵਸਤੂ ਨੂੰ ਜੀ ਕਿਵੇਂ ਆਰਥਿਕ ਮੁੱਲ ਪ੍ਰਦਾਨ ਕਰਦੇ ਆ ਇਹ ਹੁਣ ਆਪਾਂ ਵੇਖ ਲੈਂਦੇ ਹਾਂ।
ਜਿਵੇਂ ਹਵਾ ਅਤੇ ਧੁੱਪ ਆਪਾਂ ਨੂੰ ਸ਼ੁਰੂ ਤੋਂ ਹੀ ਮਿਲਦੇ ਆ। ਇਹ ਤਾਂ ਜਦੋਂ ਤੋਂ ਜੀ ਧਰਤੀ ਬਣੀ ਆ ਉਦੋਂ ਤੋਂ ਹੀ ਧਰਤੀ ਦੇ ਉੱਪਰ ਹਵਾ ਅਤੇ ਧੁੱਪ ਮੌਜੂਦ ਆ। ਜਦੋਂ ਹਿਊਮਨ ਨਹੀਂ ਵੀ ਸੀ ਉਦੋਂ ਵੀ ਇਹ ਦੋਨੋਂ ਚੀਜ਼ਾਂ ਇੱਥੇ ਮੌਜੂਦ ਸੀ। ਠੀਕ ਹੈ ਜੀ, ਇਹ ਆਪਾਂ ਨੂੰ ਸ਼ੁਰੂ ਤੋਂ ਮਿਲਦੇ ਨੇ ਅਤੇ ਇਹਨਾਂ ਦਾ ਕੋਈ ਵੀ ਪਹਿਲਾਂ ਆਪਣੇ ਲਈ ਆਰਥਿਕ ਮੁੱਲ ਨਹੀਂ ਸੀ। ਵੈਸੇ ਇਹ ਰਿਸੋਰਸਿਸ ਹੈਗੇ ਨੇ ਆਪਣੇ ਲਈ ਹਵਾ ਅਤੇ ਧੁੱਪ, ਪਰ ਜਿਵੇਂ ਜਿਵੇਂ ਜੀ ਸਮਾਂ ਅੱਗੇ ਲੱਗਿਆ ਅਤੇ ਮਨੁੱਖ ਦੀ ਟੈਕਨੋਲੋਜੀ ਦੇ ਵਿੱਚ ਵਾਧਾ ਹੋਇਆ, ਉਸ ਦੀ ਤਕਨੀਕ ਦੇ ਵਿੱਚ ਉੱਨਤੀ ਹੋਈ, ਉਸੇ ਤਰ੍ਹਾਂ ਹੁਣ ਜੀ ਮਨੁੱਖ ਨੇ ਹਵਾ ਅਤੇ ਧੁੱਪ ਦੀ ਵਰਤੋਂ ਕਰਕੇ ਉਸ ਤੋਂ ਸੌਰ ਊਰਜਾ ਅਤੇ ਪੌਣ ਊਰਜਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਯਾਨੀ ਕਿ ਉਸ ਤੋਂ ਸੋਲਰ ਜੋ ਐਨਰਜੀ ਹੈ ਅਤੇ ਜੋ ਵਿੰਡ ਐਨਰਜੀ ਹੈ ਜੀ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਹੁਣ ਆਪਣੇ ਲਈ ਧੁੱਪ ਅਤੇ ਜੋ ਹਵਾ ਹੈ ਜੀ ਇਸ ਦਾ ਵੀ ਇੱਕ ਆਰਥਿਕ ਮੁੱਲ ਬਣ ਗਿਆ ਹੈ। ਇਸ ਗੱਲ ਤੋਂ ਆਪਾਂ ਨੂੰ ਇਹ ਤਾਂ ਸਮਝ ਆ ਗਈ ਹੈ ਜੀ ਕਿ ਕਿਸ ਤਰ੍ਹਾਂ ਜੋ ਸਮਾਂ ਅਤੇ ਤਕਨੀਕ ਆ ਉਹ ਕਿਸੇ ਸੰਸਾਧਨ ਨੂੰ ਆਰਥਿਕ ਮੁੱਲ ਪ੍ਰਦਾਨ ਕਰ ਸਕਦਾ ਹੈ। ਇਸ ਨੂੰ ਆਪਾਂ ਇੱਕ ਹੋਰ ਉਦਾਹਰਨ ਹੀ ਵੀ ਸਮਝ ਲੈਂਦੇ ਹਾਂ। ਜਦੋਂ ਮਨੁੱਖ ਜੀ ਧਰਤੀ ਦੇ ਉੱਪਰ ਆਇਆ ਹੈ ਉਸ ਸਮੇਂ ਤੋਂ ਪਹਿਲਾਂ ਵੀ ਧਰਤੀ ਦੇ ਵਿੱਚ ਜੋ ਪੈਟਰੋਲੀਅਮ ਪ੍ਰੋਡਕਟ ਹੈ ਜੀ, ਯਾਨੀ ਕਿ ਜੋ ਕੱਚਾ ਤੇਲ ਹੈ ਅਤੇ ਜੋ ਕੋਲਾ ਜੀ, ਇਹ ਧਰਤੀ ਦੇ ਵਿੱਚ ਪਾਏ ਜਾਂਦੇ ਸੀ। ਪਰ ਜਿਵੇਂ ਜਿਵੇਂ ਮਨੁੱਖ ਦੇ ਜੀਵਨ ਦਾ ਸਮਾਂ ਲੰਘਿਆ ਜੀ, ਮਨੁੱਖ ਨੇ ਤਰੱਕੀ ਕੀਤੀ, ਉਹ ਆਦਿ ਮਾਨਵ ਜੀਵਨ ਤੋਂ ਇੱਕ ਉੱਨਤ ਜੀਵਨ ਦੇ ਵਿੱਚ ਆਇਆ। ਉਸ ਤਰ੍ਹਾਂ ਜੀ ਉਸ ਨੂੰ ਆਪਣੀ ਤਕਨੀਕ ਦੇ ਵਿੱਚ ਵਾਧੇ ਕਾਰਨ ਇਹਨਾਂ ਸਭ ਪ੍ਰੋਡਕਟਾਂ ਦਾ ਪਤਾ ਲੱਗਿਆ। ਉਸ ਨੇ ਧਰਤੀ ਦੇ ਵਿੱਚੋਂ ਜੀ ਇਹਨਾਂ ਸਭ ਨੂੰ ਖੋਜ ਕੇ ਬਾਹਰ ਕੱਢਿਆ ਅਤੇ ਹੁਣ ਜੋ ਆਪਣੇ ਲਈ ਪੈਟਰੋਲੀਅਮ ਪ੍ਰੋਡਕਟ ਹੈ ਜੀ, ਜਿਵੇਂ ਕਿ ਪੈਟਰੋਲ, ਡੀਜ਼ਲ ਅਤੇ ਹੋਰ ਕੁਝ ਪ੍ਰੋਡਕਟ ਆ ਜਾਂਦੇ ਨੇ ਜੀ, ਕੁਦਰਤੀ ਗੈਸ ਆ ਜਾਂਦੀ ਹੈ, LPG CNG ਆ ਜਾਂਦੀ ਹੈ, ਇਹਨਾਂ ਦੇ ਹੁਣ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਵੱਧ ਗਈ ਹੈ। ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਜੀ ਕੋਈ ਸਮਾਂ ਅਤੇ ਜੋ ਟੈਕਨੀਕ ਆ ਜੀ ਇਹ ਵੀ ਕਿਸੇ ਸੰਸਾਧਨ ਨੂੰ ਇੱਕ ਆਰਥਿਕ ਮੁੱਲ ਦੇ ਸਕਦੇ ਆ। ਇਹ ਜੋ ਪੈਟਰੋਲੀਅਮ ਪ੍ਰੋਡਕਟ ਅਤੇ ਕੋਲਾ ਇਹ ਮੌਜੂਦ ਤਾਂ ਪਹਿਲਾਂ ਵੀ ਸੀ, ਪਰ ਇਹਨਾਂ ਦਾ ਪਹਿਲਾਂ ਕੋਈ ਵੀ ਆਪਣੇ ਲਈ ਆਰਥਿਕ ਜੋ ਮੁੱਲ ਆ ਜੀ ਉਹ ਨਹੀਂ ਸੀ, ਕਿਉਂਕਿ ਆਪਾਂ ਨੂੰ ਇਹਨਾਂ ਦੀ ਵਰਤੋਂ ਨਹੀਂ ਕਰਨੀ ਹੁੰਦੀ ਸੀ। ਜਦੋਂ ਨੂੰ ਆਪਾਂ ਨੂੰ ਇਹਨਾਂ ਦੀ ਵਰਤੋਂ ਕਰਨੀ ਆ ਗਈ ਹੈ ਅਤੇ ਫਿਰ ਆਪਣੇ ਲਈ ਇਹਨਾਂ ਦਾ ਜੋ ਆਰਥਿਕ ਮੁੱਲ ਹੈ ਉਹ ਵੀ ਬਣ ਗਿਆ ਹੈ। ਠੀਕ ਹੈ ਜੀ, ਇੱਥੇ ਆਪਾਂ ਨੂੰ ਇਸ ਕਨਸੈਪਟ ਨੂੰ ਸਾਰੇ ਨੂੰ ਸਮਝ ਲਿਆ ਕਿ ਟਾਈਮ ਅਤੇ ਜੋ ਟੈਕਨੀਕ ਆ ਉਹ ਕਿਸ ਤਰ੍ਹਾਂ ਕਿਸੇ ਚੀਜ਼ ਦੀ ਜੋ ਵੈਲਿਊ ਹੈ ਜੀ ਉਸ ਨੂੰ ਵਧਾ ਸਕਦੀ ਹੈ, ਉਸ ਨੂੰ ਕਿਸ ਤਰ੍ਹਾਂ ਇੱਕ ਆਰਥਿਕ ਮੁੱਲ ਦੇ ਸਕਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸੰਸਾਧਨ ਦੀਆਂ ਕਿਸਮਾਂ ਦੀ, ਯਾਨੀ ਕਿ ਟਾਈਪਸ ਆਫ ਰਿਸੋਰਸਿਸ ਕਿਹੜੇ ਕਿਹੜੇ ਨੇ। ਪਹਿਲਾ ਹੈ ਜੀ ਕੁਦਰਤੀ ਸੰਸਾਧਨ, ਜਿਸ ਨੂੰ ਬੋਲਿਆ ਜਾਂਦਾ ਹੈ ਜੀ ਨੈਚੁਰਲ ਰਿਸੋਰਸਿਸ। ਦੂਸਰਾ ਹੈ ਜੀ ਮਾਨਵ ਨਿਰਮਿਤ ਸੰਸਾਧਨ, ਯਾਨੀ ਕਿ ਹਿਊਮਨ ਮੇਡ ਰਿਸੋਰਸਿਸ। ਅਤੇ ਤੀਸਰਾ ਆ ਜਾਂਦਾ ਹੈ ਜੀ ਮਾਨਵ ਸੰਸਾਧਨ, ਯਾਨੀ ਕਿ ਹਿਊਮਨ ਰਿਸੋਰਸਿਸ। ਇਹ ਕੀ ਨੇ ਜੀ, ਇੱਕ ਇੱਕ ਕਰਕੇ ਇਹਨਾਂ ਨੂੰ ਆਪਾਂ ਜਾਣਦੇ ਹਾਂ। ਹੁਣ ਆਪਾਂ ਸਮਝਦੇ ਹਾਂ ਜੀ ਕਿ ਕੁਦਰਤੀ ਸੰਸਾਧਨ ਯਾਨੀ ਕਿ ਨੈਚੁਰਲ ਰਿਸੋਰਸਿਸ ਕਿਹੜੇ ਹੁੰਦੇ ਨੇ। ਉਹ ਸੰਸਾਧਨ ਜੋ ਕੁਦਰਤੀ ਰੂਪ ਵਿੱਚ ਪ੍ਰਾਪਤ ਹੁੰਦੇ ਆ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਕੁਦਰਤੀ ਸੰਸਾਧਨ, ਜੋ ਆਪਾਂ ਨੂੰ ਕੁਦਰਤ ਤੋਂ ਡਾਇਰੈਕਟਲੀ ਮਿਲਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਨੈਚੁਰਲ ਰਿਸੋਰਸਿਸ। ਇਸ ਦੇ ਉਦਾਹਰਨ ਦੇਖ ਲੈਂਦੇ ਹਾਂ ਜੀ, ਜਿਵੇਂ ਕਿ ਹਵਾ, ਜਿਸ ਦੀ ਵਰਤੋਂ ਆਪਾਂ ਸਾਹ ਲੈਣ ਲਈ ਕਰਦੇ ਹਾਂ, ਅਤੇ ਨਦੀਆਂ ਅਤੇ ਝੀਲਾਂ ਦਾ ਪਾਣੀ ਜੀ, ਜਿਸ ਨੂੰ ਅਸੀਂ ਪੀਣ ਦੇ ਲਈ ਵਰਤਦੇ ਹਾਂ। ਇਹ ਜੋ ਦੋਨੋਂ ਕਿਸਮਾਂ ਨੇ ਜੀ, ਜੋ ਹਵਾ ਅਤੇ ਪਾਣੀ ਨੇ, ਇਹ ਆਪਣੇ ਲਈ ਕੁਦਰਤੀ ਸੰਸਾਧਨ ਨੇ। ਇਹ ਕੁਦਰਤ ਤੋਂ ਸਾਨੂੰ ਮੁਫਤ ਦੇ ਵਿੱਚ ਮਿਲਦੇ ਨੇ, ਇਹਨਾਂ ਲਈ ਆਪਾਂ ਕੋਈ ਵੀ ਪੈਸਾ ਪੇ ਨਹੀਂ ਕਰਦੇ। ਕੁਦਰਤੀ ਸੰਸਾਧਨਾਂ ਨੂੰ ਜੀ ਅੱਗੇ ਦੋ ਕਿਸਮਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਆ ਜਾਂਦਾ ਹੈ ਜੀ ਨਵੀਕਰਨ ਸੰਸਾਧਨ, ਜਿਸ ਨੂੰ ਨਵਿਆਉਣਯੋਗ ਸਾਧਨ ਵੀ ਲਿਖਿਆ ਜਾਂਦਾ ਹੈ ਜੀ ਪੰਜਾਬੀ ਦੇ ਵਿੱਚ, ਪਰ ਤੁਸੀਂ ਪੰਜਾਬੀ ਨਾਮ ਨਾਲੋਂ ਇਹਦਾ ਇੰਗਲਿਸ਼ ਨੇਮ ਹੀ ਜ਼ਿਆਦਾ ਯਾਦ ਰੱਖੋ, ਕਿਉਂਕਿ ਕਈ ਵਾਰ ਇਹਨਾਂ ਦੇ ਵਿੱਚ ਥੋੜ੍ਹਾ ਬਹੁਤਾ ਫਰਕ ਆ ਜਾਂਦਾ ਹੈ। ਨਵੀਕਰਨ ਸਾਧਨ ਨੂੰ ਬੋਲਿਆ ਜਾਂਦਾ ਹੈ ਜੀ ਰੀਨਿਊਏਬਲ ਰਿਸੋਰਸਿਸ, ਜੋ ਰੀਨਿਊ ਹੋ ਸਕਦੇ ਆ। ਇਹ ਕੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਡਿਟੇਲ ਦੇ ਨਾਲ ਅੱਗੇ ਪੜ੍ਹਦੇ ਹਾਂ। ਦੂਸਰਾ ਹੈ ਜੀ ਅਨਵੀਕਰਨੀय ਸੰਸਾਧਨ, ਇਹ ਹੁੰਦੇ ਆ ਜੀ ਨਾਨ ਰੀਨਿਊਏਬਲ ਰਿਸੋਰਸਿਸ। ਇਹ ਦੋ ਕਿਸਮ ਦੇ ਜੋ ਕੁਦਰਤੀ ਸੰਸਾਧਨ ਆ ਇਹ ਆਪਾਂ ਨੂੰ ਮਿਲਦੇ ਆ। ਪਹਿਲਾ ਹੈ ਜੀ ਰੀਨਿਊਏਬਲ ਰਿਸੋਰਸਿਸ ਅਤੇ ਦੂਸਰਾ ਹੈ ਜੀ ਨਾਨ ਰੀਨਿਊਏਬਲ ਰਿਸੋਰਸਿਸ। ਇਹ ਕੀ ਨੇ ਜੀ, ਹੁਣ ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਵੇਖ ਲੈਂਦੇ ਹਾਂ। ਹੁਣ ਆਪਾਂ ਸਮਝਦੇ ਹਾਂ ਜੀ ਕਿ ਨਵੀਕਰਨ ਸੰਸਾਧਨ ਕਿਹੜੇ ਹੁੰਦੇ ਨੇ, ਯਾਨੀ ਕਿ ਰੀਨਿਊਏਬਲ ਰਿਸੋਰਸਿਸ ਕਿਹੜੇ ਹੁੰਦੇ ਨੇ। ਉਹ ਸੰਸਾਧਨ ਜਿਨ੍ਹਾਂ ਦੀ ਪੂਰਤੀ ਬਹੁਤ ਜਲਦੀ ਹੋ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਇਹਨਾਂ ਦੀ ਪੂਰਤੀ ਬਹੁਤ ਜਲਦੀ ਹੋ ਜਾਂਦੀ ਹੈ। ਜਿੰਨਾ ਆਪਾਂ ਇਹਨਾਂ ਨੂੰ ਵਰਤਦੇ ਹਾਂ ਉਨੀ ਹੀ ਇਹਨਾਂ ਦੀ ਨਾਲ ਜੀ ਪੂਰਤੀ ਹੁੰਦੀ ਰਹਿੰਦੀ ਹੈ, ਇਹਨਾਂ ਦੀ ਕਮੀ ਨਹੀਂ ਹੁੰਦੀ। ਇਹਨਾਂ ਸੰਸਾਧਨਾਂ ਦੇ ਭੰਡਾਰ ਅਸੀਮਿਤ ਹੁੰਦੇ ਨੇ। ਜੋ ਇਹਨਾਂ ਦਾ ਜੀ ਸਟੋਰੇਜ ਹੁੰਦੀ ਹੈ, ਜੋ ਇਹਨਾਂ ਦਾ ਭੰਡਾਰ ਹੁੰਦਾ ਹੈ ਬਹੁਤ ਜ਼ਿਆਦਾ ਹੁੰਦਾ ਹੈ। ਇਹ ਅਸੀਮਿਤ ਹੁੰਦੇ ਆ, ਇਹ ਖਤਮ ਹੋਣ ਵਾਲੇ ਨਹੀਂ ਹੁੰਦੇ। ਇਹ ਦੋ ਗੱਲਾਂ ਇੱਥੇ ਯਾਦ ਰੱਖਣੀਆਂ ਜੀ ਕਿ ਇਹਨਾਂ ਦੀ ਪੂਰਤੀ ਬਹੁਤ ਜਲਦੀ ਹੋਏਗੀ, ਦੂਜਾ ਕਿ ਇਹਨਾਂ ਦੇ ਭੰਡਾਰ ਅਸੀਮਿਤ ਹੋਣਗੇ। ਠੀਕ ਹੈ ਜੀ, ਇਸ ਨੂੰ ਇੱਕ ਉਦਾਹਰਨ ਰਾਹੀਂ ਸਮਝ ਸਕਦੇ ਹਾਂ। ਜਿਵੇਂ ਕਿ ਜੀ ਸੌਰ ਊਰਜਾ ਅਤੇ ਪੌਣ ਊਰਜਾ। ਸੌਰ ਊਰਜਾ ਕਾਹਦੇ ਤੋਂ ਬਣਦੀ ਹੈ ਜੀ, ਸੂਰਜ ਦੀ ਗਰਮੀ ਤੋਂ ਬਣਦੀ ਹੈ, ਯਾਨੀ ਕਿ ਧੁੱਪ ਤੋਂ ਬਣਦੀ ਹੈ। ਅਤੇ ਜੋ ਪੌਣ ਊਰਜਾ ਹੁੰਦੀ ਹੈ ਜੀ ਹਵਾ ਤੋਂ ਬਣਦੀ ਹੈ। ਜੋ ਵਿੰਡ ਐਨਰਜੀ ਹੈ ਜੀ ਇਹ ਹਵਾ ਤੋਂ ਬਣਦੀ ਹੈ। ਠੀਕ ਹੈ ਜੀ, ਜੋ ਧੁੱਪ ਹੈ ਅਤੇ ਜੋ ਹਵਾ ਹੈ ਜੀ ਇਹ ਅਸੀਮਿਤ ਹੈ, ਇਹ ਕਦੇ ਵੀ ਖਤਮ ਹੋਣ ਵਾਲੇ ਨਹੀਂ। ਇਹਨਾਂ ਦੀ ਜੋ ਪੂਰਤੀ ਹੈ ਬਹੁਤ ਜਲਦੀ ਹੋ ਜਾਂਦੀ ਹੈ ਅਤੇ ਆਪਾਂ ਨੂੰ ਇਹਨਾਂ ਦੀ ਕਮੀ ਫੀਲ ਹੀ ਨਹੀਂ ਹੁੰਦੀ। ਇੱਥੋਂ ਆਪਾਂ ਨੂੰ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਜੀ ਕਿ ਜੋ ਨਵੀਕਰਨੀ ਸੰਸਾਧਨ ਜਾਂ ਰੀਨਿਊਏਬਲ ਰਿਸੋਰਸਿਸ ਆ ਉਹ ਕੀ ਹੈ, ਕਦੇ ਵੀ ਖਤਮ ਹੋਣ ਵਾਲੇ ਨਹੀਂ ਅਤੇ ਉਹਨਾਂ ਦੀ ਪੂਰਤੀ ਬਹੁਤ ਜਲਦੀ ਹੋ ਜਾਂਦੀ ਹੈ। ਠੀਕ ਹੈ ਜੀ, ਇਹ ਹੁੰਦੇ ਆ ਰੀਨਿਊਏਬਲ ਰਿਸੋਰਸਿਸ। ਪਰ ਅਸੀਮਿਤ ਹੋਣ ਦੇ ਬਾਵਜੂਦ ਵੀ ਜੇਕਰ ਇਹਨਾਂ ਦੀ ਆਪਾਂ ਲਾਪਰਵਾਹੀ ਨਾਲ ਪ੍ਰਯੋਗ ਕਰਦੇ ਹਾਂ ਅਤੇ ਜੋ ਇਹਨਾਂ ਦੇ ਸੰਸਾਧਨ ਹੁੰਦੇ ਆ ਜੀ ਅਤੇ ਇਹਨਾਂ ਦੇ ਭੰਡਾਰ ਇਹਨਾਂ ਨੂੰ ਆਪਾਂ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦੇ ਹਾਂ। ਜਿਵੇਂ ਕਿ ਪਾਣੀ,
ਪਾਣੀ ਵੀ ਇੱਕ ਰਿਨਿਊਏਬਲ ਰਿਸੋਰਸਿਸ ਆ, ਪਰ ਇਸ ਦੀ ਆਪਾਂ ਜੀ ਦੁਰਵਰਤੋਂ ਇੰਨੀ ਜ਼ਿਆਦਾ ਕਰ ਰਹੇ ਹਾਂ ਕਿ ਹੁਣ ਆਪਾਂ ਨੂੰ ਪਾਣੀ ਦੀ ਕਮੀ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਆਪਾਂ ਜੀ ਸੋਕੇ ਦੀ ਸਮੱਸਿਆ ਕਹਿੰਦੇ ਹਾਂ। ਜਿਵੇਂ ਕਿ ਭਾਰਤ ਦੇ ਵਿੱਚ ਜੀ ਮਹਾਰਾਸ਼ਟਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਆਪਾਂ 1-2 ਸਾਲ ਪਹਿਲਾਂ ਜੀ ਬਹੁਤ ਜ਼ਿਆਦਾ ਖਬਰਾਂ ਇਹ ਸੁਣੀਆਂ ਸੀ ਕਿ ਮਹਾਰਾਸ਼ਟਰ ਦੇ ਵਿੱਚ ਵੱਖ-ਵੱਖ ਜਗ੍ਹਾਵਾਂ 'ਤੇ ਜੀ ਗਰਮੀ ਦੇ ਵਿੱਚ ਸੋਕਾ ਪੈ ਜਾਂਦਾ ਹੈ, ਪਾਣੀ ਦੀ ਕਮੀ ਹੋ ਜਾਂਦੀ ਹੈ, ਜੋ ਭੂਮੀ ਉਹ ਵੀ ਬੰਜਰ ਹੋ ਜਾਂਦੀ ਹੈ। ਇੰਨੀ ਬੁਰੀ ਹਾਲਤ ਹੈ। ਹੁਣ ਤਾਂ ਚਲੋ ਜੀ ਲਾਸਟ ਈਅਰ ਤੋਂ ਆਪਾਂ ਨੂੰ ਕਰੋਨਾ ਹੀ ਵੇਖਣ ਨੂੰ ਮਿਲ ਰਿਹਾ ਅਤੇ ਉਹੀ ਸੁਣਨ ਨੂੰ ਮਿਲ ਰਿਹਾ ਹੈਗਾ। ਹੁਣ ਇਹ ਥੋੜ੍ਹੀਆਂ ਜਿਹੀਆਂ ਖਬਰਾਂ ਸਾਈਡ ਹੋਈਆਂ ਪਈਆਂ, ਪਰ ਕੀ ਹੈ ਜੀ ਹਰ ਸਾਲ ਆਪਾਂ ਨੂੰ ਮਹਾਰਾਸ਼ਟਰ ਦੇ ਵਿੱਚ ਇਸ ਤਰ੍ਹਾਂ ਜੋ ਸੋਕੇ ਦੀਆਂ ਸਮੱਸਿਆਵਾਂ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਵੈਸੇ ਤਾਂ ਜੀ ਦੁਨੀਆ ਦੇ ਵੱਖ-ਵੱਖ ਪਾਰਟਾਂ ਦੇ ਵਿੱਚ ਹੀ ਆਪਾਂ ਨੂੰ ਇਸ ਟਾਈਪ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਜੀ ਕਿ ਜੋ ਨਵੀਕਰਨ ਸੰਸਾਧਨ ਆ, ਜੇਕਰ ਇਹਨਾਂ ਦੀ ਵੀ ਆਪਾਂ ਬਿਨਾਂ ਸੋਚੇ ਸਮਝੇ ਦੁਰਵਰਤੋਂ ਕਰਦੇ ਰਹਿੰਦੇ ਹਾਂ ਤਾਂ ਇਹਦੇ ਨਾਲ ਇਹਨਾਂ ਨੂੰ ਵੀ ਖਤਰਾ ਪਹੁੰਚ ਜਾਂਦਾ ਹੈ। ਭਾਵੇਂ ਕਿ ਇਹਨਾਂ ਦੇ ਜੋ ਸੰਸਾਧਨ ਹੈ, ਇਹਨਾਂ ਦੇ ਭੰਡਾਰ ਅਸੀਮਿਤ ਹੁੰਦੇ ਨੇ, ਪਰ ਉਹਨਾਂ ਦੀ ਵੀ ਇੱਕ ਲਿਮਿਟ ਹੁੰਦੀ ਹੈ ਉਹਨਾਂ ਨੂੰ ਵੀ ਵਰਤਣ ਦੀ। ਹੁਣ ਆਪਾਂ ਵੇਖਦੇ ਹਾਂ ਜੀ ਕੁਦਰਤੀ ਸੰਸਾਧਨਾਂ ਦੀ ਦੂਸਰੀ ਕਿਸਮ ਨੂੰ, ਜਿਸ ਨੂੰ ਬੋਲਿਆ ਜਾਂਦਾ ਹੈ ਜੀ ਅਨਵੀਕਰਨੀय ਸੰਸਾਧਨ, ਯਾਨੀ ਕਿ ਨਾਨ ਰੀਨਿਊਏਬਲ ਰਿਸੋਰਸਿਸ। ਇਹ ਜਿਹੜੇ ਹੁੰਦੇ ਆ ਜੀ ਇਹਨਾਂ ਨੂੰ ਵੇਖ ਲੈਂਦੇ ਆ। ਉਹ ਸੰਸਾਧਨ ਜੀ ਜਿਨ੍ਹਾਂ ਦਾ ਭੰਡਾਰ ਸੀਮਿਤ ਹੁੰਦਾ ਹੈ ਅਤੇ ਇਹਨਾਂ ਦੇ ਭੰਡਾਰ ਇੱਕ ਵਾਰ ਸਮਾਪਤ ਹੋਣ ਦੇ ਬਾਅਦ ਜੀ ਇਹਨਾਂ ਦੀ ਪੂਰਤੀ ਹੋਣ ਦੇ ਵਿੱਚ ਬਹੁਤ ਸਾਰਾ ਸਮਾਂ ਲੱਗ ਜਾਂਦਾ ਹੈ ਜੀ, ਯਾਨੀ ਕਿ ਕਈ ਲੱਖਾਂ ਹਜ਼ਾਰਾਂ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ। ਇਹ ਕੀ ਹੈ ਜੀ, ਪਹਿਲਾਂ ਇਹਨਾਂ ਦੇ ਨਾਮ ਤੋਂ ਕਲੀਅਰ ਹੋ ਰਿਹਾ ਹੈ ਜੀ ਕਿ ਨਾਨ ਰੀਨਿਊਏਬਲ, ਯਾਨੀ ਕਿ ਇਹ ਜਲਦੀ ਰੀਨਿਊ ਨਹੀਂ ਹੋ ਸਕਦਾ, ਜਲਦੀ ਇਸ ਦੀ ਜੋ ਕਮੀ ਹੈ ਉਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਹ ਕਿਉਂ ਨਹੀਂ ਹੋ ਸਕਦਾ? ਕਿਉਂਕਿ ਇਹਨਾਂ ਨੂੰ ਬਣਨ ਦੇ ਵਿੱਚ ਜੋ ਸਮਾਂ ਲੱਗਦਾ ਜੀ ਉਹ ਕਾਫੀ ਜ਼ਿਆਦਾ ਹੁੰਦਾ, ਉਹਦਾ ਡਿਊਰੇਸ਼ਨ ਬਹੁਤ ਜ਼ਿਆਦਾ ਹੁੰਦਾ। ਉਹਨੂੰ ਆਪਾਂ ਹਜ਼ਾਰਾਂ ਲੱਖ ਸਾਲਾਂ ਦੇ ਵਿੱਚ ਮਾਪ ਸਕਦੇ ਹਾਂ। ਇੰਨਾ ਜ਼ਿਆਦਾ ਸਮਾਂ ਇਹਨਾਂ ਨੂੰ ਤਿਆਰ ਹੋਣ ਦੇ ਵਿੱਚ ਲੱਗਦਾ ਹੈ। ਇਸ ਲਈ ਜੋ ਇਹਨਾਂ ਦੀ ਭੰਡਾਰ ਆ ਉਹ ਸੀਮਿਤ ਹੁੰਦੇ ਆ। ਇਹ ਕਿਹੜੇ ਪ੍ਰੋਡਕਟ ਆ ਜਾਂਦੇ ਜੀ ਇਹ ਦੇਖ ਲੈਂਦੇ ਹਾਂ। ਪਹਿਲਾ ਹੈ ਜੀ ਇਸ ਦੇ ਵਿੱਚ ਕੋਲਾ, ਦੂਸਰਾ ਹੈ ਜੀ ਪੈਟਰੋਲੀਅਮ, ਕੁਦਰਤੀ ਗੈਸ। ਇਹ ਜੋ ਸਾਰੇ ਉਦਾਹਰਨ ਹੈ ਜੀ ਇਹ ਸਾਰੇ ਅਨਵੀਕਰਨੀय ਸੰਸਾਧਨ ਦੇ ਉਦਾਹਰਨ ਨੇ, ਯਾਨੀ ਕਿ ਨਾਨ ਰੀਨਿਊਏਬਲ ਰਿਸੋਰਸਿਸ ਨੇ ਇਹ ਸਾਰੇ। ਅਤੇ ਇਹਨਾਂ ਦੀ ਜੋ ਵਰਤੋਂ ਹੈ ਜੀ ਆਪਾਂ ਨੂੰ ਬਹੁਤ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਜੇ ਇਹਨਾਂ ਦੀ ਇੱਦਾਂ ਦੁਰਵਰਤੋਂ ਹੋਏਗੀ ਤਾਂ ਖਤਮ ਹੋ ਜਾਣਗੇ ਅਤੇ ਜੋ ਆਉਣ ਵਾਲੀਆਂ ਪੀੜ੍ਹੀਆਂ ਜੀ ਉਹਨਾਂ ਦੇ ਲਈ ਇਹ ਸਾਧਨ ਨਹੀਂ ਬਚਣਗੇ ਅਤੇ ਉਹਨਾਂ ਨੂੰ ਇਹਨਾਂ ਸੰਸਾਧਨਾਂ ਤੋਂ ਜੀ ਵਾਂਝਿਆ ਰਹਿਣਾ ਪਵੇਗਾ। ਇਸ ਲਈ ਜੋ ਹੁਣ ਜੀ ਆਟੋਮੋਬਾਈਲ ਸੈਕਟਰ ਹੈ, ਯਾਨੀ ਕਿ ਜੋ ਆਵਾਜਾਈ ਦੇ ਸਾਧਨ ਬਣਦੇ ਹੈ ਜੀ, ਉਹਨਾਂ ਦੇ ਵਿੱਚ ਹੁਣ ਇਲੈਕਟ੍ਰਿਕ ਵਹੀਕਲ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈਗਾ। ਹੁਣ ਸਾਰੀਆਂ ਕੰਪਨੀਆਂ ਦਾ ਹੀ ਇਹ ਧਿਆਨ ਹੈ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਧ ਤੋਂ ਵੱਧ ਜੋ ਬਿਜਲੀ ਨਾਲ ਚੱਲਣ ਵਾਲੇ ਸਾਧਨ ਹੈ ਜੀ, ਆਵਾਜਾਈ ਦੇ ਸਾਧਨ ਆ, ਕਾਰਾਂ ਨੇ, ਬਾਈਕਸ ਨੇ, ਉਹਨਾਂ ਨੂੰ ਵੱਧ ਤੋਂ ਵੱਧ ਡਿਵੈਲਪ ਕੀਤਾ ਜਾ ਰਿਹਾ ਹੈ। ਜਿਵੇਂ ਕਿ ਜੀ ਆਪਾਂ ਜਾਣਦੇ ਹਾਂ ਕਿ ਜੋ ਟੈਸਲਾ ਕੰਪਨੀ ਹੈ ਜੀ, ਅਮਰੀਕਾ ਦੀ ਕੰਪਨੀ, ਉਹ ਵੀ ਹੁਣ ਭਾਰਤ ਦੇ ਵਿੱਚ ਆ ਗਈ ਹੈ, ਜੋ EV ਸੈਕਟਰ ਦੇ ਵਿੱਚ ਸਭ ਤੋਂ ਅੱਗੇ ਹੈ, ਯਾਨੀ ਕਿ ਜੋ ਇਲੈਕਟ੍ਰਿਕ ਵਹੀਕਲ ਦੇ ਵਿੱਚ ਸਭ ਤੋਂ ਅੱਗੇ ਹੈ। ਹੁਣ ਜੋ ਸਾਰੀਆਂ ਕੰਪਨੀਜ਼ ਹੈ ਉਹ ਇਸੇ ਲਈ ਇਹਨਾਂ ਦੇ ਉੱਪਰੋਂ, ਯਾਨੀ ਕਿ ਜੋ ਇਹ ਆਪਣੇ ਨਾਨ ਰੀਨਿਊਏਬਲ ਰਿਸੋਰਸਿਸ ਹੈ ਜੀ, ਇਹਨਾਂ ਦੇ ਉੱਤੋਂ ਆਪਣੀ ਜੋ ਨਿਰਭਰਤਾ ਉਹਨਾਂ ਨੂੰ ਖਤਮ ਕਰ ਰਹੀ ਹੈ। ਕਿਉਂਕਿ ਇਸ ਦੇ ਨਾਲ ਕੀ ਹੋਏਗਾ, ਇੱਕ ਤਾਂ ਇਹਨਾਂ ਦੇ ਜੋ ਭੰਡਾਰ ਆ ਉਹ ਬਚ ਜਾਣਗੇ, ਉਹ ਜ਼ਿਆਦਾ ਖਤਮ ਨਹੀਂ ਹੋਣਗੇ, ਉਹਨਾਂ ਦੇ ਉੱਪਰ ਜੋ ਕਿ ਆਪਣੀ ਕੀ ਕਹਿੰਦੇ ਆ ਵੀ ਨਿਰਭਰਤਾ ਹੈ ਉਹ ਘੱਟ ਹੋ ਜਾਏਗੀ। ਦੂਸਰਾ ਕੀ ਹੈ ਕਿ ਇਸ ਦੇ ਨਾਲ ਜੋ ਵਾਤਾਵਰਨ ਹੈ ਜੀ ਉਹ ਘੱਟ ਪੋਲਿਊਟਡ ਹੋਏਗਾ, ਉਹਦੇ ਵਾਤਾਵਰਨ ਦੇ ਵਿੱਚ ਜੋ ਆਪਾਂ ਕਹਿ ਸਕਦੇ ਹਾਂ ਕਿ ਪ੍ਰਦੂਸ਼ਣ ਹੈ ਜੀ ਉਹ ਵੀ ਘੱਟ ਹੋਏਗਾ। ਇੱਥੇ ਕੀ ਆ ਜੀ ਕਿ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਹੋ ਜਾਣਗੇ। ਇੱਕ ਤਾਂ ਕੀ ਹੈ ਜੀ ਵਾਤਾਵਰਨ ਵੀ ਸਾਫ਼ ਹੋ ਜਾਏਗਾ, ਦੂਸਰਾ ਕੀ ਹੈ ਜੋ ਇਹ ਰਿਸੋਰਸਿਸ ਹੈ ਜੀ ਇਹਨਾਂ ਦੇ ਜੋ ਭੰਡਾਰ ਆ ਇਹ ਵੀ ਬਚ ਜਾਣਗੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਨੂੰ ਵਰਤ ਲੈਣ। ਠੀਕ ਹੈ ਜੀ। ਇਸ ਲਈ ਜੋ ਹੁਣ ਕੀ ਹੈ ਕਿ ਇਹਨਾਂ ਸੰਸਾਧਨਾਂ ਦੀ ਜੋ ਦੁਰਵਰਤੋਂ ਹੈ ਜੀ ਉਸ ਨੂੰ ਘਟਾਇਆ ਜਾ ਰਿਹਾ ਅਤੇ ਇਹਨਾਂ ਦੀ ਵਰਤੋਂ ਬਹੁਤ ਸਮਝਦਾਰੀ ਨਾਲ ਆਪਾਂ ਨੂੰ ਕਰਨ ਦੀ ਲੋੜ ਹੈ। ਹੁਣ ਤੱਕ ਵੀਡੀਓ ਦੇ ਵਿੱਚ ਆਪਾਂ ਇਹ ਤਾਂ ਜਾਣ ਚੁੱਕੇ ਹਾਂ ਜੀ ਕਿ ਰੀਨਿਊਏਬਲ ਰਿਸੋਰਸਿਸ ਅਤੇ ਨਾਨ ਰੀਨਿਊਏਬਲ ਰਿਸੋਰਸਿਸ ਕਿਹੜੇ ਹੁੰਦੇ ਨੇ। ਇੱਥੇ ਇੱਕ ਗੱਲ ਇਹ ਵੀ ਜੀ ਆਪਾਂ ਨੂੰ ਪੜ੍ਹਨ ਦੇ ਵਿੱਚ ਆ ਰਹੀ ਹੈ ਜੀ ਕਿ ਜੋ ਧਰਤੀ ਦੇ ਵੱਖ-ਵੱਖ ਭਾਗ ਹੈ, ਇਹਨਾਂ ਦੇ ਜੋ ਕੁਦਰਤੀ ਸੰਸਾਧਨ ਹੈ, ਇਹਨਾਂ ਦੀ ਜੋ ਵੰਡ ਹੈ ਜੀ ਇਹ ਵੱਖ-ਵੱਖ ਹੁੰਦੀ ਹੈ। ਇਹ ਕਿਉਂ ਹੁੰਦੀ ਹੈ ਜੀ? ਵੱਖ-ਵੱਖ ਭਾਗਾਂ 'ਤੇ, ਧਰਤੀ ਦੇ ਵੱਖ-ਵੱਖ ਭਾਗਾਂ 'ਤੇ ਜੋ ਕੁਦਰਤੀ ਸੰਸਾਧਨ ਹੈ ਇਹ ਵੱਖ-ਵੱਖ ਕਿਉਂ ਪਾਏ ਜਾਂਦੇ ਆ, ਇਹ ਇਹਨਾਂ ਨੂੰ ਕੀ ਚੀਜ਼ਾਂ ਕਹਿ ਸਕਦੇ ਆ ਕਿ ਪ੍ਰਭਾਵਿਤ ਕਰਦੀਆਂ ਨੇ, ਉਹਨਾਂ ਦੇ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ। ਇਹਨਾਂ ਦੀ ਵੰਡ ਨੂੰ ਜੀ ਕਿਸੇ ਵੀ ਜਗ੍ਹਾ ਦੀ ਭੂਗੋਲਿਕ ਸਥਿਤੀ, ਉਸ ਦੀ ਜਲਵਾਯੂ ਅਤੇ ਉਸ ਦੀ ਸਮੁੰਦਰ ਤਲ ਤੋਂ ਕਿੰਨੀ ਉਚਾਈ ਹੈ ਜੀ, ਇਹ ਸਭ ਜੋ ਫੈਕਟਰ ਹੈ ਇਹ ਪ੍ਰਭਾਵਿਤ ਕਰਦੇ ਨੇ। ਇੱਥੇ ਕੀ ਹੈ ਜੀ, ਇਸ ਗੱਲ ਨੂੰ ਸਮਝੋ ਕਿ ਕਿਸ ਜਗ੍ਹਾ 'ਤੇ ਕਿਸ ਤਰ੍ਹਾਂ ਦੇ ਕੁਦਰਤੀ ਰਿਸੋਰਸ ਆਪਾਂ ਨੂੰ ਮਿਲਣਗੇ। ਠੀਕ ਹੈ ਜੀ। ਇਹ ਉਸ ਜਗ੍ਹਾ ਦੀ ਭੂਗੋਲਿਕ ਸਥਿਤੀ ਕੀ ਆ, ਉਹ ਦੁਨੀਆ ਦੇ ਕਿਸ ਭਾਗ 'ਚ ਮੌਜੂਦ ਆ। ਠੀਕ ਹੈ ਜੀ। ਉੱਥੋਂ ਦੀ ਜਲਵਾਯੂ ਕੀ ਹੈ, ਉੱਥੋਂ ਦਾ ਕਲਾਈਮੇਟ ਕੀ ਹੈ, ਅਤੇ ਸਮੁੰਦਰ ਤਲ ਤੋਂ ਉੱਥੋਂ ਦੀ ਉਚਾਈ ਕੀ ਹੈ। ਇਹ ਸਭ ਜੋ ਪੁਆਇੰਟ ਹੈ ਜੀ, ਇਹ ਸਭ ਜੋ ਚੀਜ਼ਾਂ, ਇਹ ਕਿਸੇ ਵੀ ਧਰਤੀ ਦੇ ਕਿਸੇ ਵੀ ਭਾਗ ਦੇ ਵਿੱਚ ਕਿਹੜੇ ਕੁਦਰਤੀ ਸੰਸਾਧਨ ਮਿਲਣਗੇ, ਉਹਨਾਂ ਨੂੰ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਠੀਕ ਹੈ ਜੀ। ਇਹ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਕਿਸੇ ਵੀ ਜਗ੍ਹਾ ਦੇ ਜੇਕਰ ਰਿਸੋਰਸ ਦੀ ਵੰਡ ਨੂੰ ਆਪਾਂ ਦੇਖੀਏ ਤਾਂ ਉਸ ਨੂੰ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ, ਅਤੇ ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਨੈਚੁਰਲ ਰਿਸੋਰਸਿਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਜੀ ਦੂਸਰੇ ਟਾਈਪ ਦੇ ਰਿਸੋਰਸ ਕਿਹੜੇ ਹੁੰਦੇ ਨੇ। ਇਹ ਹੁੰਦੇ ਆ ਜੀ ਮਾਨਵ ਨਿਰਮਿਤ ਸੰਸਾਧਨ, ਜਿਸ ਨੂੰ ਬੋਲਿਆ ਜਾਂਦਾ ਜੀ ਹਿਊਮਨ ਮੇਡ ਰਿਸੋਰਸਿਸ। ਇਹ ਕੀ ਹੁੰਦੇ ਆ ਜੀ, ਇਹਨਾਂ ਨੂੰ ਹੁਣ ਆਪਾਂ ਪੜ੍ਹਦੇ ਹਾਂ।
ਜਦੋਂ ਕਿਸੇ ਕੁਦਰਤੀ ਪਦਾਰਥ ਦਾ ਮੂਲ ਰੂਪ ਮਨੁੱਖ ਆਪਣੀ ਕੁਸ਼ਲਤਾ ਅਤੇ ਤਕਨੀਕ ਦੀ ਵਰਤੋਂ ਕਰਕੇ ਬਦਲ ਦਿੰਦਾ ਹੈ ਤਾਂ ਉਸ ਨੂੰ ਜੀ ਮਾਨਵ ਨਿਰਮਿਤ ਸੰਸਾਧਨ ਕਿਹਾ ਜਾਂਦਾ ਹੈ। ਜਦੋਂ ਕੋਈ ਜੀ ਕੁਦਰਤੀ ਪਦਾਰਥ ਆਪਾਂ ਨੂੰ ਮਿਲਦਾ ਹੈ ਅਤੇ ਮਨੁੱਖ ਉਸ ਨੂੰ ਆਪਣੀ ਕ੍ਰੀਏਟੀਵਿਟੀ ਅਤੇ ਟੈਕਨੀਕ ਦੀ ਵਰਤੋਂ ਕਰਕੇ ਉਸ ਨੂੰ ਕੋਈ ਹੋਰ ਰੂਪ ਦੇ ਦਿੰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਮਾਨਵ ਨਿਰਮਿਤ ਸੰਸਾਧਨ। ਇਸ ਨੂੰ ਜੇ ਇੱਕ ਉਦਾਹਰਨ ਅਸੀਂ ਸਮਝਦੇ ਹਾਂ, ਜਿਵੇਂ ਕਿ ਜੀ ਮਾਨਵ ਦੁਆਰਾ ਧਰਤੀ ਦੇ ਵਿੱਚ ਮੌਜੂਦ ਲੌਹ ਇਸਪਾਤ ਨੂੰ ਆਪਣੀ ਟੈਕਨੀਕ ਦੀ ਵਰਤੋਂ ਕਰਕੇ ਉਸ ਦੇ ਵਿੱਚੋਂ ਕੱਢਿਆ ਗਿਆ, ਧਰਤੀ ਦੇ ਵਿੱਚੋਂ ਕੱਢਿਆ ਗਿਆ ਅਤੇ ਫਿਰ ਉਸ ਨੂੰ ਜੀ ਸ਼ੁੱਧ ਕਰਕੇ ਉਸ ਤੋਂ ਲੋਹਾ ਬਣਾਇਆ ਗਿਆ ਹੈ। ਤਾਂ ਲੋਹਾ ਕੀ ਹੋ ਗਿਆ ਜੀ, ਉਹ ਇੱਕ ਮਾਨਵ ਨਿਰਮਿਤ ਸੰਸਾਧਨ ਹੋ ਗਿਆ, ਯਾਨੀ ਕਿ ਉਹ ਹਿਊਮਨ ਮੇਡ ਰਿਸੋਰਸਿਸ ਹੋ ਗਿਆ, ਕਿਉਂਕਿ ਮਨੁੱਖ ਨੇ ਜੀ ਉਸ ਨੂੰ ਕੱਢਿਆ ਧਰਤੀ ਦੇ ਵਿੱਚੋਂ, ਫਿਰ ਉਸ ਨੂੰ ਉਹ ਅੱਗੇ ਪ੍ਰਕਿਰਿਆ ਦੇ ਨਾਲ ਹੀ ਉਸ ਨੂੰ ਸਾਫ਼ ਕੀਤਾ ਜੀ, ਉਸ ਨੂੰ ਸ਼ੁੱਧ ਕੀਤਾ ਅਤੇ ਫਿਰ ਉਸ ਤੋਂ ਲੋਹਾ ਬਣਾਇਆ। ਹੁਣ ਆਪਾਂ ਮਾਨਵ ਨਿਰਮਿਤ ਸੰਸਾਧਨ ਦੀਆਂ ਜੀ ਕੁਝ ਉਦਾਹਰਨਾਂ ਦੇਖ ਲੈਂਦੇ ਹਾਂ। ਮਨੁੱਖ ਦੁਆਰਾ ਕੁਦਰਤੀ ਸੰਸਾਧਨਾਂ ਦਾ ਪ੍ਰਯੋਗ ਕਰਕੇ ਬਣਾਏ ਗਏ ਪੁਲ, ਸੜਕਾਂ, ਮਸ਼ੀਨਾਂ, ਆਵਾਜਾਈ ਦੇ ਸੰਸਾਧਨਾਂ ਨੂੰ ਜੀ ਆਪਾਂ ਮਾਨਵ ਨਿਰਮਿਤ ਸੰਸਾਧਨ ਕਹਿੰਦੇ ਹਾਂ, ਕਿਉਂਕਿ ਇਹ ਮਨੁੱਖ ਨੇ ਬਣਾਏ ਆ ਜੀ। ਇਹ ਤਾਂ ਹੈ ਨਹੀਂ ਜੀ ਕਿ ਕੁਦਰਤੀ ਰੂਪ ਵਿੱਚ ਆਪਾਂ ਨੂੰ ਸੜਕਾਂ, ਮਸ਼ੀਨਾਂ ਅਤੇ ਆਵਾਜਾਈ ਦੇ ਜੋ ਸਾਧਨ ਹੈ ਇਹ ਆਪਾਂ ਨੂੰ ਮਿਲ ਗਏ। ਇਸ ਨੂੰ ਜੀ ਮਨੁੱਖ ਨੇ ਬਣਾਇਆ, ਚਾਹੇ ਉਸ ਨੂੰ ਜੋ ਇਹਨਾਂ ਨੂੰ ਬਣਾਉਣ ਲਈ ਚੀਜ਼ਾਂ ਮਿਲੀਆਂ ਉਹ ਆਪਾਂ ਨੂੰ ਕੁਦਰਤੀ ਰੂਪ ਦੇ ਵਿੱਚ ਮਿਲੀਆਂ ਨੇ, ਲੇਕਿਨ ਉਹਨਾਂ ਨੂੰ ਜੋ ਬਣਾਉਣ ਵਾਲਾ ਹੈ ਉਹ ਮਨੁੱਖ ਹੈ, ਕਿਉਂਕਿ ਮਨੁੱਖ ਨੇ ਆਪਣੀ ਕ੍ਰੀਏਟੀਵਿਟੀ ਅਤੇ ਆਪਣੀ ਟੈਕਨੋਲੋਜੀ ਰਾਹੀਂ ਇਹਨਾਂ ਨੂੰ ਰੂਪ ਦਿੱਤਾ, ਇਹਨਾਂ ਨੂੰ ਜਨਮ ਦਿੱਤਾ ਹੈ। ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਜੀ ਕਿ ਜੋ ਮਾਨਵ ਨਿਰਮਿਤ ਸੰਸਾਧਨ ਹੈ ਉਹ ਕਿਹੜੇ ਹੁੰਦੇ ਆ, ਯਾਨੀ ਕਿ ਹਿਊਮਨ ਮੇਡ ਰਿਸੋਰਸਿਸ ਕਿਹਨਾਂ ਨੂੰ ਕਿਹਾ ਜਾਂਦਾ ਹੈ। ਹੁਣ ਆਪਾਂ ਵੇਖਦੇ ਹਾਂ ਜੀ ਸੰਸਾਧਨਾਂ ਦੀ ਤੀਸਰੀ ਕਿਸਮ ਬਾਰੇ, ਜਿਸ ਨੂੰ ਕਿਹਾ ਜਾਂਦਾ ਹੈ ਜੀ ਮਾਨਵ ਸੰਸਾਧਨ, ਯਾਨੀ ਕਿ ਹਿਊਮਨ ਰਿਸੋਰਸ। ਮਨੁੱਖ ਨੂੰ ਜੀ ਸੰਸਾਧਨ ਦੇ ਰੂਪ ਵਿੱਚ ਇੱਥੇ ਮੰਨਿਆ ਗਿਆ ਹੈ। ਅਸਲ ਵਿੱਚ ਮਾਨਵ ਹੀ ਸਭ ਤੋਂ ਮਹੱਤਵਪੂਰਨ ਸੰਸਾਧਨ ਹਨ, ਕਿਉਂਕਿ ਲੋਕਾਂ ਦੀ ਸੋਚ, ਗਿਆਨ, ਖੋਜ ਅਤੇ ਅਵਿਸ਼ਕਾਰ ਹੀ ਨਵੇਂ-ਨਵੇਂ ਆਰਥਿਕ ਸੰਸਾਧਨਾਂ ਦੀ ਰਚਨਾ ਕਰਦਾ ਹੈ। ਇਹ ਸੰਸਾਧਨਾਂ ਨੂੰ ਜੀ ਆਰਥਿਕ ਰੂਪ ਦਿੰਦਾ ਹੈ। ਇਹ ਕਿਵੇਂ ਹੁੰਦਾ ਹੈ ਜੀ, ਕਿਉਂਕਿ ਹਰੇਕ ਖੋਜ ਅਤੇ ਅਵਿਸ਼ਕਾਰ ਨਾਲ ਕਈ ਹੋਰ ਖੋਜਾਂ ਅਤੇ ਅਵਿਸ਼ਕਾਰ ਹੁੰਦੇ ਨੇ। ਇਸ ਨੂੰ ਇੱਕ ਉਦਾਹਰਨ ਅਸੀਂ ਸਮਝ ਲੈਂਦੇ ਹਾਂ। ਜਿਵੇਂ ਕਿ ਪਹਿਲਾਂ ਜੀ ਅੱਗ ਦੀ ਖੋਜ ਹੋਈ, ਜਦੋਂ ਮਨੁੱਖ ਆਦਿ ਮਾਨਵ ਸੀ ਤਾਂ ਉਸਨੇ ਅੱਗ ਦੀ ਖੋਜ ਕੀਤੀ, ਤਾਂ ਉਸ ਤੋਂ ਬਾਅਦ ਜੀ ਕਈ ਹੋਰ ਖੋਜਾਂ ਹੋਈਆਂ। ਕਿਵੇਂ ਜੀ, ਕਿਉਂਕਿ ਮਨੁੱਖ ਨੇ ਇਸ ਤੋਂ ਬਾਅਦ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਉਸਨੇ ਆਪਣੇ ਆਪ ਨੂੰ ਸੁਰੱਖਿਆ ਦੇਣ ਦੇ ਲਈ ਅੱਗ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਜੀ ਅੱਗੇ ਦੀ ਅੱਗੇ ਕੜੀ ਦਰ ਕੜੀ ਇਹ ਹੋਰ ਜੋ ਖੋਜਾਂ ਉਹ ਹੁੰਦੀਆਂ ਗਈਆਂ। ਇਸੇ ਤਰ੍ਹਾਂ ਇਹ ਜੀ ਪਹੀਏ ਦੀ ਖੋਜ ਦੇ ਨਾਲ ਵੀ ਹੋਇਆ। ਜਦੋਂ ਪਹੀਏ ਦਾ ਅਵਿਸ਼ਕਾਰ ਹੋਇਆ, ਖੋਜ ਨਹੀਂ, ਇਹ ਅਵਿਸ਼ਕਾਰ ਹੋਇਆ। ਜਦੋਂ ਪਹੀਏ ਦਾ ਅਵਿਸ਼ਕਾਰ ਹੋਇਆ ਜੀ ਅਤੇ ਇਸ ਦੇ ਨਾਲ ਵੀ ਜੋ ਆਵਾਜਾਈ ਦੇ ਖੇਤਰ ਦੇ ਵਿੱਚ ਜੀ ਨਵੀਆਂ ਵਿਧੀਆਂ ਦਾ ਵਿਕਾਸ ਹੋਇਆ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੀ ਕਿ ਜੇ ਇੱਕ ਕੋਈ ਖੋਜ ਹੁੰਦੀ ਹੈ ਜਾਂ ਅਵਿਸ਼ਕਾਰ ਹੁੰਦਾ ਤਾਂ ਉਸ ਦੇ ਨਾਲ ਦੀ ਕਈ ਹੋਰ ਖੋਜਾਂ ਅਤੇ ਅਵਿਸ਼ਕਾਰ ਉਸ ਦੇ ਨਾਲ ਜੁੜ ਜਾਂਦੇ ਆ ਅਤੇ ਉਹ ਵੀ ਉਸ ਤੋਂ ਬਾਅਦ ਅੱਗੇ ਹੁੰਦੇ ਰਹਿੰਦੇ ਨੇ। ਠੀਕ ਹੈ ਜੀ, ਇੱਥੇ ਆਪਾਂ ਨੂੰ ਇਹ ਗੱਲ ਸਮਝ ਆ ਗਈ ਹੈ। ਇਸ ਲਈ ਜੀ ਜਿਸ ਦੇਸ਼ ਦੇ ਵਿੱਚ ਵਧੇਰੇ ਪੜ੍ਹੇ ਲਿਖੇ, ਕੁਸ਼ਲ, ਤੰਦਰੁਸਤ ਲੋਕ ਹੋਣਗੇ ਉਹ ਦੇਸ਼ ਓਨਾ ਹੀ ਜ਼ਿਆਦਾ ਵਿਕਸਿਤ ਹੋਏਗਾ ਅਤੇ ਉਹ ਦੇਸ਼ ਓਨਾ ਹੀ ਜ਼ਿਆਦਾ ਤਰੱਕੀ ਵਾਲਾ ਹੋਵੇਗਾ। ਠੀਕ ਹੈ ਜੀ, ਮਾਨਵ ਸੰਸਾਧਨ ਦਾ ਵਿਕਾਸ ਵਧੀਆ ਸਿੱਖਿਆ ਅਤੇ ਚੰਗੀ ਸਿਹਤ 'ਤੇ ਨਿਰਭਰ ਕਰਦਾ ਹੈ। ਇਸ ਲਈ ਆਪਾਂ ਦੇਖਦੇ ਹਾਂ ਜੀ ਕਿ ਜੋ ਡਿਵੈਲਪ ਕੰਟਰੀਆਂ ਉਹ ਆਪਣੇ ਨਾਗਰਿਕਾਂ ਦੀ ਸਿੱਖਿਆ ਲਈ ਅਤੇ ਉਹਨਾਂ ਦੀ ਜੋ ਸਿਹਤ ਸੇਵਾਵਾਂ 'ਤੇ ਜੀ ਬਹੁਤ ਜ਼ਿਆਦਾ ਖਰਚ ਕਰਦੀ ਹੈ। ਜਿਵੇਂ ਕਿ ਕੈਨੇਡਾ, ਅਮਰੀਕਾ ਜੀ, ਕੋਈ ਵੀ ਯੂਰਪੀਅਨ ਕੰਟਰੀ ਜੋ ਡਿਵੈਲਪ ਦੇਸ਼ ਹੈ ਜੀ, ਉਹਨਾਂ ਦੇ ਬਾਰੇ ਜੇਕਰ ਤੁਸੀਂ ਗੱਲ ਕਰੋ ਅਤੇ ਉਹ ਆਪਣੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਆ ਜੀ, ਉਹਨਾਂ ਦੀ ਸਿੱਖਿਆ 'ਤੇ ਬਹੁਤ ਜ਼ਿਆਦਾ ਖਰਚ ਕਰਦੇ ਆ, ਉਹਨਾਂ ਦੀ ਐਜੂਕੇਸ਼ਨ 'ਤੇ ਬਹੁਤ ਖਰਚ ਕਰਦੇ ਆ, ਉਹਨਾਂ ਦੀਆਂ ਜੋ ਹੈਲਥ ਫੈਸਿਲਿਟੀਜ਼ ਹੈ ਜੀ ਉਹਨਾਂ 'ਤੇ ਬਹੁਤ ਜ਼ਿਆਦਾ ਸਪੈਂਡ ਕਰਦੇ ਆ। ਉਹ ਇਸੇ ਲਈ ਕਰਦੇ ਆ ਕਿਉਂਕਿ ਉੱਥੋਂ ਦੇ ਲੋਕ ਜੇਕਰ ਚੰਗੀ ਸਿਹਤ ਵਾਲੇ ਹੋਣਗੇ, ਉਹਨਾਂ ਦਾ ਦਿਮਾਗ ਵਧੀਆ ਹੋਏਗਾ, ਵਧੀਆ ਪੜ੍ਹੇ ਲਿਖੇ ਹੋਣਗੇ, ਉਹਨਾਂ ਦੇ ਵਿੱਚ ਗਿਆਨ ਵਧੀਆ ਹੋਏਗਾ। ਠੀਕ ਹੈ ਜੀ, ਉਹਨਾਂ ਦੀ ਸਿੱਖਿਆ ਵਧੀਆ ਹੋਏਗੀ, ਉਹਨਾਂ ਦੇ ਕੁਝ ਫਿਰ ਨਵੀਂ ਤਕਨੋਲੋਜੀ ਨੂੰ ਜੀ ਡਿਵੈਲਪ ਕਰਨ ਦੀ, ਉਹ ਨਵੀਆਂ ਚੀਜ਼ਾਂ ਦੀ ਡਿਸਕਵਰੀ ਕਰਨ ਦੀ, ਨਵੀਆਂ ਚੀਜ਼ਾਂ ਨੂੰ ਇਨਵੈਂਟ ਕਰਨ ਦੀ ਜੀ ਉਹਨਾਂ ਦੇ ਵਿੱਚ ਜੋ ਕਾਬਲੀਅਤ ਆ ਉਹ ਪੈਦਾ ਹੋਏਗੀ। ਅਤੇ ਇਸ ਦੇ ਨਾਲ ਕੀ ਹੋਏਗਾ ਜੀ, ਉਹ ਦੇਸ਼ ਤਰੱਕੀ ਕਰੇਗਾ ਅਤੇ ਉੱਥੋਂ ਦੇ ਜੋ ਨਾਗਰਿਕ ਨੇ ਉਹ ਪੂਰੀ ਜੋ ਹਿਊਮਨ ਬੀਇੰਗ ਹੈ ਜੀ, ਜੋ ਪੂਰੀ ਮਾਨਵਤਾ ਉਹਨਾਂ ਦੀ ਭਲਾਈ ਦੇ ਲਈ ਕੰਮ ਕਰ ਸਕੇਗੀ। ਇਸੇ ਲਈ ਜੀ ਜੋ ਮਾਨਵ ਸੰਸਾਧਨ ਹੈ ਜੀ, ਇਸ ਦੀ ਸਾਂਭ ਸੰਭਾਲ ਕਰਨਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਜੋ ਵੱਖ ਗਵਰਨਮੈਂਟ ਹੁੰਦੀਆਂ ਜੀ ਸਾਰੇ ਦੇਸ਼ਾਂ ਦੀਆਂ, ਉਹਨਾਂ ਦਾ ਇਹ ਫਰਜ਼ ਹੁੰਦਾ ਹੈ ਜੀ ਕਿ ਜੋ ਉਹਨਾਂ ਦੇ ਦੇਸ਼ ਦੇ ਨਾਗਰਿਕ ਨੇ, ਯਾਨੀ ਕਿ ਜੋ ਉਹਨਾਂ ਦੇ ਮਾਨਵ ਸੰਸਾਧਨ ਨੇ, ਜੋ ਉਹਨਾਂ ਦੇ ਹਿਊਮਨ ਰਿਸੋਰਸਿਸ ਨੇ ਜੀ, ਉਹਨਾਂ ਦੀ ਸਾਂਭ ਸੰਭਾਲ ਉਹ ਵਧੀਆ ਢੰਗ ਨਾਲ ਕਰਨ। ਇੱਥੇ ਤੁਸੀਂ ਪਹਿਲੀ ਲਾਈਨ ਦੇ ਵਿੱਚ ਦੇਖੋ ਜੀ ਕਿ ਖੋਜ ਦੇ ਨਾਲ ਮੈਂ ਡਿਸਕਵਰੀ ਲਿਖਿਆ ਅਤੇ ਅਵਿਸ਼ਕਾਰ ਦੇ ਨਾਲ ਇਨਵੈਂਸ਼ਨ, ਇਹਨਾਂ ਦੇ ਵਿੱਚ ਜੀ ਥੋੜ੍ਹਾ ਜਿਹਾ ਕਨਫਿਊਜ਼ਨ ਹੁੰਦੀ ਰਹਿੰਦੀ ਹੈ, ਕਿਉਂਕਿ ਕਈ ਵਾਰ ਆਪਾਂ ਖੋਜ ਅਤੇ ਜੋ ਅਵਿਸ਼ਕਾਰ ਹੈ ਜੀ ਇਸ ਨੂੰ ਇੱਕੋ ਸੇਮ ਵਰਡ ਹੀ ਸਮਝ ਜਾਂਦੇ ਹਾਂ, ਜਾਣੀ ਕਿ ਡਿਸਕਵਰੀ ਅਤੇ ਇਨਵੈਂਸ਼ਨ ਨੂੰ ਆਪਾਂ ਸੇਮ ਹੀ ਗਿਣ ਜਾਂਦੇ ਹਾਂ। ਇੱਥੇ ਇਹਨਾਂ ਦੇ ਵਿੱਚ ਜੀ ਬਹੁਤ ਵੱਡਾ ਫਰਕ ਹੁੰਦਾ ਹੈ। ਡਿਸਕਵਰੀ ਹੁੰਦੀ ਹੈ ਜੀ ਜਦੋਂ ਕੋਈ ਚੀਜ਼ ਪਹਿਲਾਂ ਤੋਂ ਮੌਜੂਦ ਹੈ ਅਤੇ ਆਪਾਂ ਬਸ ਸਿਰਫ ਉਸ ਨੂੰ ਲੱਭਿਆ, ਯਾਨੀ ਕਿ ਉਸ ਨੂੰ ਡਿਸਕਵਰ ਕੀਤਾ, ਤਾਂ ਉਸ ਨੂੰ ਕਿਹਾ ਜਾਂਦਾ ਜੀ ਡਿਸਕਵਰੀ ਕੀਤੀ। ਜਿਸ ਤਰ੍ਹਾਂ ਕਿ ਜੀ ਅੱਗ ਤਾਂ ਪਹਿਲਾਂ ਹੀ ਮੌਜੂਦ ਸੀ, ਪਰ ਮਨੁੱਖ ਨੇ ਕੀ ਹੈ ਕਿ ਖੋਜ ਕਰ ਲਈ ਕਿ ਕਿਸ ਤਰ੍ਹਾਂ ਉਸਨੇ ਜੀ ਦੋ ਪੱਥਰਾਂ ਨੂੰ ਆਪਸ ਦੇ ਵਿੱਚ ਰਗੜ ਕੇ ਅੱਗ ਮਚਾਉਣੀ ਹੈ, ਯਾਨੀ ਕਿ ਉਸਨੇ ਅੱਗ ਦੀ ਜੀ ਡਿਸਕਵਰ ਕੀਤਾ ਅੱਗ ਨੂੰ। ਅਤੇ ਅਵਿਸ਼ਕਾਰ ਯਾਨੀ ਕਿ ਇਨਵੈਂਸ਼ਨ ਹੁੰਦਾ ਹੈ ਜੀ ਕਿ ਕਿਸੇ ਨਵੀਂ ਚੀਜ਼ ਨੂੰ ਆਪਾਂ ਖੁਦ ਬਣਾਈਏ। ਜਿਸ ਤਰ੍ਹਾਂ ਕਿ ਮਨੁੱਖ ਨੇ ਪਹੀਆ ਬਣਾਇਆ,
ਪਈਆ ਇਹ ਤਾਂ ਹੈ ਨਹੀਂ ਸੀ ਕਿ ਪਹਿਲਾਂ ਤੋਂ ਉਹਦਾ ਅਵਿਸ਼ਕਾਰ ਹੋਇਆ ਪਿਆ ਸੀ, ਉਹ ਕਿਤੇ ਪਿਆ ਸੀ ਅਤੇ ਮਨੁੱਖ ਨੇ ਉਹਨੂੰ ਲੱਭ ਲਿਆ। ਮਨੁੱਖ ਨੇ ਉਹਦੀ ਖੋਜ ਨਹੀਂ ਕੀਤੀ ਜੀ, ਮਨੁੱਖ ਨੇ ਉਹਦਾ ਅਵਿਸ਼ਕਾਰ ਕੀਤਾ। ਇਸ ਲਈ ਜੀ ਜੇਕਰ ਹੁਣ ਤੁਸੀਂ ਅੱਗੇ ਤੋਂ ਡਿਸਕਵਰ ਅਤੇ ਇਨਵੈਂਟ ਸ਼ਬਦ ਸੁਣੋ ਤਾਂ ਉਸ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਡਿਸਕਵਰ ਦਾ ਮੀਨਸ ਹੁੰਦਾ ਕਿ ਚੀਜ਼ ਪਹਿਲਾਂ ਤੋਂ ਮੌਜੂਦ ਆ ਅਤੇ ਉਸ ਨੂੰ ਸਿਰਫ ਲੱਭਣਾ, ਅਤੇ ਇਨਵੈਂਟ ਕਰਨ ਦਾ ਮਤਲਬ ਹੁੰਦਾ ਹੈ ਜੀ ਕਿ ਕਿਸੇ ਨਵੀਂ ਚੀਜ਼ ਨੂੰ ਇਨਵੈਂਟ ਕਰਨਾ, ਉਸ ਦਾ ਨਵਾਂ ਅਵਿਸ਼ਕਾਰ ਕਰਨਾ। ਠੀਕ ਹੈ ਜੀ। ਜਿਸ ਤਰ੍ਹਾਂ ਕਿਹਾ ਜਾਂਦਾ ਕਿ ਜੋ ਵਾਸਕੋ ਡੀ ਗਾਮਾ ਉਸਨੇ ਭਾਰਤ ਦੀ ਖੋਜ ਕੀਤੀ, ਤਾਂ ਭਾਰਤ ਨੂੰ ਜੀ ਉਸਨੇ ਇਨਵੈਂਟ ਨਹੀਂ ਕੀਤਾ, ਉਸਨੇ ਭਾਰਤ ਨੂੰ ਡਿਸਕਵਰ ਕੀਤਾ। ਠੀਕ ਹੈ ਜੀ। ਇਸ ਵਰਡਾਂ ਦੇ ਵਿੱਚ ਕਦੇ ਵੀ ਕਨਫਿਊਜ਼ ਨਹੀਂ ਹੋਣਾ। ਇਹ ਵੈਸੇ ਜਰਨਲ ਨੌਲੇਜ ਦੀ ਗੱਲ ਹੈ ਜੀ, ਇਸ ਨੂੰ ਤੁਸੀਂ ਯਾਦ ਰੱਖਣਾ, ਕਿਉਂਕਿ ਮੇਰੇ ਵੀ ਟੀਚਰ ਨੇ ਮੈਨੂੰ ਇੱਕ ਵਾਰ ਦੱਸਿਆ ਸੀ, ਮੈਂ 7th 8th ਕਲਾਸ ਦੇ ਵਿੱਚ ਸੀ, ਤਾਂ ਮੈਂ ਅਜੇ ਤੱਕ ਨਹੀਂ ਭੁੱਲਿਆ, ਤਾਂ ਤੁਸੀਂ ਵੀ ਇਸ ਗੱਲ ਨੂੰ ਥੋੜ੍ਹਾ ਜਿਹਾ ਸੀਰੀਅਸ ਲੈ ਲੈਣਾ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਸਤਤ ਪੋਸ਼ਣੀ ਵਿਕਾਸ, ਜਿਸ ਨੂੰ ਇੰਗਲਿਸ਼ ਦੇ ਵਿੱਚ ਜੀ ਸਸਟੈਨੇਬਲ ਡਿਵੈਲਪਮੈਂਟ ਕਿਹਾ ਜਾਂਦਾ ਹੈ, ਇਹ ਕੀ ਹੁੰਦਾ ਹੈ? ਤੁਸੀਂ ਕਈ ਵਾਰ ਵਰਡ ਸੁਣਿਆ ਜਾਂ ਹੋਣਾ ਜੀ, ਅਕਸਰ ਨਿਊਜ਼ ਦੇ ਵਿੱਚ ਇਹ ਬੋਲਿਆ ਜਾਂਦਾ ਸਸਟੈਨੇਬਲ ਡਿਵੈਲਪਮੈਂਟ ਜਾਂ ਸਸਟੈਨੇਬਲ ਐਨਰਜੀ ਦੀ ਗੱਲ ਹੁੰਦੀ ਹੈ। ਇਹ ਕੀ ਹੁੰਦਾ ਹੈ ਜੀ, ਆਪਾਂ ਇਸ ਨੂੰ ਹੁਣ ਸਮਝ ਲੈਂਦੇ ਹਾਂ। ਸਤਤ ਪੋਸ਼ਣੀ ਵਿਕਾਸ ਤੋਂ ਭਾਵ ਹੈ ਸੰਸਾਧਨਾਂ ਦਾ ਇਸਤੇਮਾਲ ਸਮਝਦਾਰੀ ਨਾਲ ਕਰਨਾ, ਤਾਂ ਕਿ ਇਹ ਸੰਸਾਧਨ ਵਰਤਮਾਨ ਪੀੜ੍ਹੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਨਾਲ ਨਾਲ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੁਰੱਖਿਅਤ ਰਹਿਣ। ਕੀ ਮਤਲਬ ਹੋ ਗਿਆ ਜੀ ਇਸ ਦਾ, ਇਹ ਸਮਝੋ। ਇਹਦਾ ਮਤਲਬ ਕੀ ਹੈ ਜੀ ਕਿ ਜੋ ਸੰਸਾਧਨ ਆਪਾਂ ਨੂੰ ਵਰਤਮਾਨ ਸਮੇਂ ਦੇ ਵਿੱਚ ਮਿਲੇ ਆ, ਉਹਨਾਂ ਨੂੰ ਆਪਾਂ ਸਮਝਦਾਰੀ ਨਾਲ ਪ੍ਰਯੋਗ ਕਰਨਾ ਹੈ। ਉਹਨਾਂ ਦਾ ਉਪਯੋਗ ਆਪਾਂ ਓਨਾ ਹੀ ਕਰਨਾ ਹੈ ਜਿੰਨੀ ਆਪਾਂ ਨੂੰ ਲੋੜ ਹੈ। ਠੀਕ ਹੈ ਜੀ। ਉਹਨਾਂ ਦਾ ਫਾਲਤੂ ਦੇ ਵਿੱਚ ਆਪਾਂ ਮਿਸਯੂਜ਼ ਨਹੀਂ ਕਰਨਾ। ਇਸ ਦੇ ਨਾਲ ਕੀ ਹੋਏਗਾ ਕਿ ਉਹ ਆਪਣੀਆਂ ਵਰਤਮਾਨ ਜੋ ਪੀੜ੍ਹੀ ਚੱਲ ਰਹੀ ਹੈ ਜੀ, ਉਸ ਦੀਆਂ ਲੋੜਾਂ ਨੂੰ ਵੀ ਪੂਰੀਆਂ ਕਰੇਗੀ, ਅਤੇ ਜੋ ਉਹਨਾਂ ਦੇ ਸੀਮਿਤ ਭੰਡਾਰ ਹੋਣ ਦੇ ਬਾਵਜੂਦ ਵੀ ਉਹ ਜੋ ਆਪਣੀਆਂ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਹੋਣਗੀਆਂ, ਜੋ ਫਿਊਚਰ ਜਨਰੇਸ਼ਨ ਹੋਣਗੀਆਂ ਜੀ, ਉਹਨਾਂ ਲਈ ਵੀ ਉਹ ਸੰਸਾਧਨ ਬਚ ਸਕਣਗੇ। ਠੀਕ ਹੈ ਜੀ। ਜੇਕਰ ਆਪਾਂ ਉਹਨਾਂ ਦੀ ਇੱਦਾਂ ਹੀ ਦੁਰਵਰਤੋਂ ਕਰੇ ਰਹਾਂਗੇ ਤਾਂ ਜਿਹੜੇ ਸਾਧਨ ਸੀਮਿਤ ਹੈ ਜੀ, ਉਹ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਣੇ ਨਹੀਂ, ਉਹ ਤਾਂ ਖਤਮ ਹੋ ਜਾਣਗੇ। ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਲਈ ਹੀ ਆਪਾਂ ਨੂੰ ਜੋ ਸਤਤ ਪੋਸ਼ਣੀ ਵਿਕਾਸ ਹੈ, ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਜੋ ਸਸਟੇਨੇਬਲ ਡਿਵੈਲਪਮੈਂਟ ਹੈ ਜੀ, ਇਹ ਇੱਥੇ ਇੱਕ ਬਹੁਤ ਮਹੱਤਵਪੂਰਨ ਇਹ ਸਿਧਾਂਤ ਦੇ ਰੂਪ ਵਿੱਚ ਆਪਣੇ ਸਾਹਮਣੇ ਆਉਂਦਾ ਹੈ। ਸੰਸਾਧਨ ਦੇ ਜੀ ਸੰਰਖਣ ਦੇ ਲਈ, ਯਾਨੀ ਕਿ ਜੋ ਸੰਸਾਧਨ ਆ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ, ਉਹਨਾਂ ਦੀ ਘੱਟ ਵਰਤੋਂ ਕਰਨ ਲਈ ਅਤੇ ਉਹਨਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਜੀ ਇੱਕ RRR ਦਾ ਨਿਯਮ ਵਰਤਣਾ ਚਾਹੀਦਾ ਹੈ। ਇੱਕ RRR ਜਿਸ ਨੂੰ 3R ਨਾਲ ਲਿਖਿਆ ਜੀ, ਇਹ ਇੱਕ ਨਿਯਮ ਵਰਤਿਆ ਗਿਆ ਹੈ ਜੀ ਕਿ ਜੇਕਰ ਆਪਾਂ ਇਸ ਨੂੰ ਸਾਰੇ ਫੋਲੋ ਕਰਦੇ ਹਾਂ ਤਾਂ ਜੋ ਸੰਸਾਧਨ ਹੈ ਜੀ, ਇਹਨਾਂ ਦੀ ਦੁਰਵਰਤੋਂ ਨੂੰ ਬਹੁਤ ਜ਼ਿਆਦਾ ਘੱਟ ਕੀਤਾ ਜਾ ਸਕਦਾ। ਇਹ RRR ਹੈ ਕੀ ਹੈ ਜੀ, ਇਸ ਨੂੰ ਸਮਝੋ। ਪਹਿਲਾ ਹੈ ਜੀ ਰੀਯੂਜ਼, ਯਾਨੀ ਕਿ ਮੁੜ ਵਰਤੋਂ ਕਰਨਾ। ਦੂਸਰਾ ਹੈ ਜੀ ਰਿਡਿਊਜ਼, ਜਿੰਨੀ ਲੋੜ ਆ ਉਨੀ ਵਰਤੋਂ ਕਰਨਾ। ਅਤੇ ਤੀਸਰਾ ਹੈ ਜੀ ਰੀਸਾਈਕਲ, ਯਾਨੀ ਕਿ ਉਹਨਾਂ ਨੂੰ ਮੁੜ ਨਿਰਮਾਣ ਕਰ ਲੈਣਾ, ਉਹਨਾਂ ਤੋਂ ਹੀ ਦੁਬਾਰਾ ਨਵੀਆਂ ਚੀਜ਼ਾਂ ਨੂੰ ਬਣਾ ਲੈਣਾ। ਇਸ ਤਰ੍ਹਾਂ ਕਰਨ ਨਾਲ ਜੀ ਜੋ ਆਪਾਂ ਨੂੰ ਸੰਸਾਧਨ ਮਿਲੇ, ਆਪਾਂ ਉਹਨਾਂ ਨਾਲ ਹੀ ਆਪਣੀਆਂ ਲੋੜਾਂ ਨੂੰ ਵਧੀਆ ਤਰੀਕੇ ਪੂਰੀਆਂ ਕਰ ਸਕਦੇ ਹਾਂ। ਕਿਉਂਕਿ ਧਰਤੀ ਦੇ ਉੱਪਰ ਜੋ ਮੌਜੂਦ ਸਾਧਨ ਹੈ ਜੀ, ਜੋ ਸੰਸਾਧਨ ਧਰਤੀ ਦੇ ਉੱਪਰ ਆਪਾਂ ਨੂੰ ਮਿਲਦੇ ਨੇ, ਇਹ ਸਾਰੀ ਮਨੁੱਖਤਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਬਹੁਤ ਨੇ। ਪਰ ਜੇਕਰ ਗੱਲ ਕਰੀਏ ਕਿ ਕਿਸੇ ਵੀ ਇੱਕ ਮਨੁੱਖ ਦੀਆਂ ਇਹ ਇੱਛਾਵਾਂ ਨੂੰ ਪੂਰੀਆਂ ਕਰੇ, ਤਾਂ ਉਸ ਦੇ ਲਈ ਜੀ ਇਹ ਘੱਟ ਨੇ, ਕਿਉਂਕਿ ਜੋ ਮਨੁੱਖ ਦੀਆਂ ਇੱਛਾਵਾਂ ਨੇ ਉਹ ਅਨਲਿਮਟਿਡ ਨੇ, ਉਹਨਾਂ ਦਾ ਕੋਈ ਵੀ ਅੰਤ ਨਹੀਂ। ਇਹ ਸਭ ਦੁਨੀਆ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ, ਪਰ ਕਿਸੇ ਇੱਕ ਸਿੰਗਲ ਬੰਦੇ ਦੀਆਂ ਵੀ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਇਹ ਜੋ ਸੰਸਾਧਨ ਹੈ ਉਹ ਘੱਟ ਪੈ ਜਾਣਗੇ। ਠੀਕ ਹੈ ਜੀ। ਇਸ ਲਈ ਆਪਾਂ ਨੂੰ ਲੋੜ ਦੇ ਅਨੁਸਾਰ ਹੀ ਇਹਨਾਂ ਨੂੰ ਵਰਤਣਾ ਚਾਹੀਦਾ ਹੈ। ਬਹੁਤ ਵੱਡੇ ਵੱਡੇ ਬ੍ਰਾਂਡਸ ਆ ਜੀ, ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਜੋ ਹੁਣ ਇਹ ਜੋ RRR ਦੇ ਨਿਯਮ ਨੂੰ ਬਹੁਤ ਵਧੀਆ ਤਰੀਕੇ ਵਰਤ ਰਹੀਆਂ ਨੇ। ਜ਼ਿਆਦਾਤਰ ਜੋ ਇਹ ਰੀਸਾਈਕਲ ਪ੍ਰੋਡਕਟਸ ਤੋਂ ਨਵੀਆਂ ਚੀਜ਼ਾਂ ਨੂੰ ਬਣਾਉਂਦੇ ਨੇ। ਇਹਨੂੰ ਜੀ ਉਦਾਹਰਨ ਰਾਹੀਂ ਸਮਝੋ। ਇੱਕ ਬ੍ਰਾਂਡ ਹੈ ਜੀ ਐਡੀਡਾਸ, ਜਿਸ ਨੂੰ ਤੁਸੀਂ ਜਾਣਦੇ ਹੋਵੋਗੇ, ਜੋ ਸਪੋਰਟਸ ਬ੍ਰਾਂਡ ਹੈ ਜੀ, ਸਪੋਰਟਸ ਪ੍ਰੋਡਕਟ ਬਣਾਉਂਦੇ ਆ ਜੀ, ਸ਼ੂ ਹੁੰਦੇ ਆ, ਉਹਨਾਂ ਦੇ ਇੱਕ ਆਊਟਫਿਟ ਆਉਂਦੇ ਆ ਜੀ। ਠੀਕ ਹੈ। ਉਹਨਾਂ ਦਾ ਇੱਕ ਸ਼ੂ ਆਇਆ ਸੀ ਜੀ ਅਲਟਰਾ ਬੂਟਸ ਦੇ ਨਾਮ ਨਾਲ ਉਹਨਾਂ ਦਾ ਇੱਕ ਸ਼ੂਜ਼ ਆਇਆ। ਉਸ ਨੂੰ ਬਣਾਉਣ ਦੇ ਲਈ ਜੀ ਉਹਨਾਂ ਨੇ ਜੋ ਰੀਸਾਈਕਲ ਬੋਟਲਸ ਆ ਜੀ, ਉਹਨਾਂ ਦਾ ਇਸਤੇਮਾਲ ਕੀਤਾ ਸੀ। ਜੋ ਪਾਣੀ ਦੀਆਂ ਖਾਲੀ ਬੋਤਲਾਂ ਹੁੰਦੀਆਂ ਜੀ, ਉਹਨਾਂ ਨੂੰ ਹੀ ਰੀਸਾਈਕਲ ਕਰਕੇ ਉਹਨਾਂ ਨੇ ਉਸ 'ਤੇ ਸ਼ੂ ਦਾ ਕਹਿ ਦਿੰਦੇ ਆ ਵੀ ਪ੍ਰੋਡਕਸ਼ਨ ਕੀਤੀ ਸੀ। ਇਸੇ ਤਰ੍ਹਾਂ ਜੀ ਹੁਣ ਕਰੰਟਲੀ ਦੇ ਵਿੱਚ ਵੀ ਇਹ ਜੀ ਇੱਕ ਉਦਾਹਰਨ ਆਈ ਹੈ। ਰੇਂਜ ਰੋਵਰ ਕੰਪਨੀ ਦੀ ਇੱਕ ਗੱਡੀ ਹੈ ਵੈਲਾਰ ਹੁਣੇ ਲਾਂਚ ਹੋਈ ਹੈ ਜੀ। ਉਸ ਦੇ ਵਿੱਚ ਜੋ ਸੀਟਸ ਬਣਾਈਆਂ ਗਈਆਂ ਜੀ, ਜੋ ਉਹਨਾਂ ਦੇ ਲਈ ਲੈਦਰ ਬਣਾਇਆ ਗਿਆ ਜਾਂ ਉਹਨਾਂ ਦੇ ਲਈ ਜੋ ਵੀ ਮਟੀਰੀਅਲ ਯੂਜ਼ ਕੀਤਾ ਗਿਆ, ਉਹ ਵੀ ਜੋ ਰੀਸਾਈਕਲ ਬੋਟਲਸ ਆ ਜੀ, ਉਹਨਾਂ ਤੋਂ ਹੀ ਬਣਾਇਆ ਗਿਆ। ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਜੋ ਵੱਡੀਆਂ ਕੰਪਨੀਆਂ ਉਹ ਵੀ ਹੁਣ ਇਹਨਾਂ ਜੋ RRR ਦੇ ਨਿਯਮ ਨੂੰ ਵਰਤ ਰਹੀਆਂ, ਕਿਉਂਕਿ ਉਹ ਵੀ ਰੀਸਾਈਕਲ ਦੇ ਵਿੱਚ ਹੁਣ ਵਿਸ਼ਵਾਸ ਕਰਨ ਲੱਗੀਆਂ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਜੀ ਕਿ ਜੇ ਆਪਾਂ ਸਸਟੇਨੇਬਲ ਡਿਵੈਲਪਮੈਂਟ ਨੂੰ ਜਾਰੀ ਰੱਖਾਂਗੇ, ਫਿਰ ਹੀ ਜੋ ਇਹ ਰਿਸੋਰਸਿਸ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਚਣਗੇ। ਠੀਕ ਹੈ ਜੀ। ਇਸ ਲਈ ਆਪਣਾ ਵੀ ਫਰਜ਼ ਬਣਦਾ ਹੈ ਕਿ ਜੋ ਇਹ ਆਪਾਂ ਨੂੰ ਸੰਸਾਧਨ ਮਿਲੇ, ਆਪਾਂ ਇਹਨਾਂ ਦੀ ਦੁਰਵਰਤੋਂ ਨਾ ਕਰੀਏ। ਵੈਸੇ ਤਾਂ ਜੀ ਆਪਾਂ ਸਾਰੇ ਹੀ ਵਰਤਮਾਨ ਜੀਵਨ ਦੇ ਵਿੱਚ ਦੇਖੀਏ ਜਾਂ ਨੋਰਮਲ ਗੱਲ ਕਰੀਏ ਤਾਂ ਆਪਾਂ ਇਹਨਾਂ ਸੰਸਾਧਨਾਂ ਦੀ ਬਹੁਤ ਜ਼ਿਆਦਾ ਦੁਰਵਰਤੋਂ ਕਰਦੇ ਹਾਂ।
ਠੀਕ ਹੈ ਜੀ। ਪਾਣੀ ਦੀ ਬਹੁਤ ਜ਼ਿਆਦਾ ਦੁਰਵਰਤੋਂ ਹੁੰਦੀ ਹੈ, ਸਭ ਦੇ ਘਰੇ ਹੁੰਦੀ ਆ। ਜਿੰਨਾ ਆਪਾਂ ਰੋਕ ਸਕਦੇ ਹਾਂ ਉਨਾ ਵੀ ਆਪਾਂ ਆਈ ਥਿੰਕ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ, ਪਰ ਇੱਥੇ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਖਿਲਾਫ ਜੀ ਗੱਲ ਕਰਨ ਦੀ ਲੋੜ ਆ। ਜਾਂ ਆਪਾਂ ਹੋਰ ਕਿਸੇ ਨੂੰ ਨਹੀਂ ਕਹਿ ਸਕਦੇ, ਤਾਂ ਜਿੰਨਾ ਹੋ ਸਕੇ ਜੀ ਆਪਾਂ ਨੂੰ ਖੁਦ ਨੂੰ ਇਹਨਾਂ ਚੀਜ਼ਾਂ ਦੇ ਕਹਿ ਸਕਦੇ ਹਾਂ ਕਿ ਦੁਰਵਰਤੋਂ ਨੂੰ ਰੋਕਣ ਦੀ ਜ਼ਰੂਰਤ ਹੈ। ਆਪਾਂ ਨੂੰ ਦੁਰਵਰਤੋਂ ਇਹਨਾਂ ਦੀ ਘੱਟ ਕਰਨੀ ਚਾਹੀਦੀ ਹੈ, ਤਾਂ ਕਿ ਜੋ ਇਹ ਆਪਾਂ ਨੂੰ ਸੰਸਾਧਨ, ਬਹੁਮੁੱਲੇ ਸੰਸਾਧਨ ਆਪਾਂ ਨੂੰ ਮੁਫਤ ਦੇ ਵਿੱਚ ਮਿਲੇ ਆ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਚ ਸਕਣ। ਅਤੇ ਇੱਥੇ ਹੀ ਅੱਜ ਦੀ ਆਪਣੀ ਇਹ ਵੀਡੀਓ ਸਮਾਪਤ ਹੁੰਦੀ ਹੈ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਵੀਡੀਓ ਚੰਗੀ ਲੱਗਦੀ ਹੈ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਅਤੇ ਫ੍ਰੀ ਆਫ ਕਾਸਟ PDF ਲੈਣ ਲਈ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।